पंजाबी नैशनल टीवी देख रहे दर्शकों ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ ਦੇ ਵਿੱਚ ਹੈ ਭਾਰਤ ਮੁਕੰਮਲ ਬੰਦ, ਵੱਡੀ ਪੱਧਰ ਤੇ ਸਕੂਲ ਅਧਿਆਪਕਾਂ ਦੇ ਤਬਾਦਲੇ, ਪੀਕੇ ਨੇ ਕਿਉਂ ਸੱਦੇ ਐਮਐਲਏ, ਦਾਦਾ ਤੇ ਦੀਦੀ ਦੀ ਲੜਾਈ ਕਿੱਥੇ ਜਾ ਕੇ ਮੁੱਕੇਗੀ। ਇਹ ਤੋਂ ਇਲਾਵਾ ਖੇਡ ਕਪਲੇ ਤੇ ਕਰਾਂਗੇ ਗੱਲਬਾਤ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਸ਼ੁਕਰੀਆ। ਅੱਜ ਦੇ ਮੁੱਦਿਆਂ ਦੀ ਗੱਲ ਕਰੀਏ ਤੇ ਅੱਜ ਭਾਰਤ ਮੁਕੰਮਲ ਬੰਦ ਹੈ ਜੀ। ਭਾਰਤ ਬੰਦ ਹੈ, ਤੁਸੀਂ ਇੱਥੇ ਕਿੱਦਾਂ ਪਹੁੰਚੇ ਇਹ ਦੱਸੋ ਪਹਿਲਾਂ ਤਾਂ। ਸਾਨੂੰ ਪਤਾ ਸੀਗਾ ਕਿ ਵਿਚਾਰ ਚਰਚਾ ਕਰਨੀ ਆ ਤੇ ਦਰਸ਼ਕਾਂ ਤੱਕ ਇਹ ਗੱਲ ਦੱਸਣੀ ਆ ਕਿ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਇਸ ਕਰਕੇ ਅਸੀਂ ਥੋੜਾ ਟਾਈਮ ਤੋਂ ਪਹਿਲਾਂ ਪਹੁੰਚ ਗਏ ਜੀ ਤੇ ਹੁਣ ਰਿਕਾਰਡਿੰਗ ਕਰ ਰਹੇ ਹਾਂ ਤੇ 6 ਵਜੇ ਤੱਕ ਤਾਂ ਇੱਥੇ ਰਵਾਂਗੇ, ਉਸ ਤੋਂ ਬਾਅਦ ਦੇਖਦੇ ਹਾਂ ਫਿਰ ਬੰਦ ਖੁੱਲ ਜਾਏਗਾ ਜੀ। ਤੇ ਇਸ ਵੇਲੇ ਬੰਦ ਹੈ ਜੀ, ਤੇ ਇਸ ਪੂਰੇ ਬੰਦ ਨੂੰ ਕਿਵੇਂ ਦੇਖਦੇ ਹੋ? ਕੌਣ ਇਹਦੇ 'ਚ ਸ਼ਾਮਿਲ ਹੈ? ਆਮ ਲੋਕ ਤਾਂ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਵੀ ਜਿਹੜੇ ਇੰਨੇ ਮਹੀਨਿਆਂ ਦੇ ਉੱਥੇ ਬੈਠੇ ਨੇ ਉਹਨਾਂ ਦੇ ਹੱਕ ਲਈ ਸਾਨੂੰ ਵੀ ਬੰਦ ਵਿੱਚ ਸਾਥ ਦੇਣਾ ਚਾਹੀਦਾ ਹੈ, ਮਤਲਬ ਘਰਾਂ ਦੇ ਅੰਦਰ ਬੰਦ ਰਹਿਣਾ ਚਾਹੀਦਾ ਹੈ। ਜੀ ਪਰਮਿੰਦਰ ਜੀ, ਜਿੱਦਾਂ ਅਸੀਂ ਜਾਣਦੇ ਹਾਂ ਕਿ 47 'ਚ ਜਦੋਂ ਇਹ ਭਾਰਤ ਬਣਦਾ ਆ ਤੇ ਉਸ ਤੋਂ ਪਹਿਲਾਂ ਹੀ ਇਹ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਚੱਲਦੇ ਰਹੇ ਆ। ਭਾਰਤ ਦਾ ਇਤਿਹਾਸ ਹੀ ਇਹਨਾਂ ਵਿਰੋਧ ਪ੍ਰਦਰਸ਼ਨਾਂ ਨਾਲ ਸ਼ੁਰੂ ਹੋਇਆ ਜੀ। ਜੇ ਅਸੀਂ 47 ਤੋਂ ਪਹਿਲਾਂ ਦੀ ਗੱਲ ਕਰੀਏ ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਪੰਜਾਬ ਭਾਵੇਂ ਇੱਕ ਸਟੇਟ ਸੀ ਪਰ ਬਹੁਤ ਸਾਰੀਆਂ ਰਿਆਸਤਾਂ ਹੀ ਸੀ, ਕੋਈ ਇਲੈਕਸ਼ਨ ਨਹੀਂ ਸੀ ਹੁੰਦੀਆਂ। ਰਾਜੇ ਜਿਹੜੇ ਸੀ ਇਹਨੂੰ ਚਲਾ ਰਹੇ ਸੀ ਅਲੱਗ-ਅਲੱਗ ਤਰੀਕੇ ਦੇ ਨਾਲ। ਇਹ ਮੁਲਕ ਜ਼ਰੂਰ ਸੀ ਪਰ ਇੱਥੇ ਗਵਰਨਮੈਂਟ ਨਾਮ ਦੀ ਚੀਜ਼ ਕੋਈ ਨਹੀਂ ਸੀ। ਅੰਗਰੇਜ਼ ਇਸ ਗੱਲ ਲਈ ਉਹਨਾਂ ਦਾ ਇਹਦੇ ਵਿੱਚ ਯੋਗਦਾਨ ਰਿਹਾ ਕਿ ਉਹ ਆਏ, ਇਹ ਰਿਆਸਤਾਂ ਉਹਨਾਂ ਨੇ ਲੁੱਟੀਆਂ ਖਸੁੱਟੀਆਂ, ਇਕੱਠੀਆਂ ਹੋਈਆਂ, ਫਿਰ ਲੜਾਈ ਹੋਈ, ਫਿਰ ਬਹੁਤ ਸਾਰੇ ਲੀਡਰ ਉਹਦੇ ਵਿੱਚੋਂ ਪੈਦਾ ਹੋਏ, ਗਾਂਧੀਵਾਦ ਦਾ ਜਨਮ ਹੋਇਆ ਤੇ ਨਵੇਂ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ। ਤੇ ਉਹ ਜਿਹੇ ਵਿਰੋਧ ਪ੍ਰਦਰਸ਼ਨਾਂ ਨਾਲ ਹੀ ਅੰਗਰੇਜ਼ਾਂ ਨੂੰ ਕਿਤੇ ਨਾ ਕਿਤੇ ਇਹ ਸੋਚਣਾ ਪਿਆ ਕਿ ਇਹਨਾਂ ਲੋਕਾਂ ਨੂੰ ਸਾਨੂੰ ਛੱਡਣਾ ਪਏਗਾ, ਆਜ਼ਾਦੀ ਸਾਨੂੰ ਦੇਣੀ ਪਏਗੀ। ਚਾਹੇ ਉਹ ਮਾਇਕ ਤੌਰ 'ਤੇ ਇਕਨੋਮਿਕ ਤੌਰ ਦੇ ਉੱਤੇ ਬਹੁਤ ਸਾਰਾ ਆਪਣਾ ਜਿਹੜਾ ਕੰਮ ਸੀ ਉਹ ਕਰ ਚੁੱਕੇ ਸੀ। ਬਸਤੀਵਾਦ ਜਿਹੜਾ ਉਸ ਟਾਈਮ ਦਾ ਇੱਕ ਸਟਰਕਚਰ ਸੀ ਉਸ ਵੇਲੇ ਦਾ ਦੁਨੀਆ ਦਾ, ਉਦੋਂ ਉਪਨਿਵੇਸ਼ ਕੀਤਾ ਜਾਂਦਾ ਸੀਗਾ ਕਿ ਉਸ ਬਸਤੀ ਤੇ ਕਬਜ਼ਾ ਕੀਤਾ ਜਾਂਦਾ ਸੀ। ਅੱਜ ਉਹਦਾ ਜਿਹੜਾ ਸਿਸਟਮ ਆ ਉਹ ਬਦਲ ਚੁੱਕਿਆ। ਅੱਜ ਕਾਰਪੋਰੇਟ ਘਰਾਣੇ ਉਹੀ ਕੰਮ ਕਰ ਰਹੇ ਨੇ, ਵੱਡੀਆਂ ਵੱਡੀਆਂ ਕੰਪਨੀਆਂ ਤੁਹਾਡੀ ਜ਼ਮੀਨ ਦੇ ਉੱਤੇ ਉਹਨਾਂ ਦੀ ਅੱਖ ਆ। ਵਿੱਚ ਲੱਗਦਾ ਸੀਗਾ ਕਿ ਜ਼ਮੀਨ ਬਹੁਤ ਲੋਕਾਂ ਦੇ ਕੰਮ ਦੀ ਚੀਜ਼ ਨਹੀਂ ਹੈਗੀ, ਪਰ ਹੁਣ ਜੋ ਇੱਕ ਨਵਾਂ ਸਿਨੈਰੀਓ ਉੱਭਰ ਕੇ ਸਾਹਮਣੇ ਆਇਆ, ਮੈਂ ਤੇ ਇਹ ਕਹੂੰਗਾ ਕਿ ਉਹਦੇ ਵਿੱਚ ਕਰੋਨਾ ਦਾ ਵੀ ਵੱਡਾ ਯੋਗਦਾਨ ਹੈ। ਉਹਨੇ ਇਸ ਗੱਲ ਨੂੰ ਬਹੁਤ ਨਿਖਾਰ ਕੇ, ਬਹੁਤ ਉਭਾਰ ਕੇ ਸਾਹਮਣੇ ਲਿਆਂਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਪ੍ਰਮੁੱਖ ਲੋੜ ਆ ਉਹ ਰੋਟੀ ਹੀ ਹੈ, ਭੋਜਨ ਹੀ ਹੈ, ਤੇ ਉਹ ਜਿਹੜੀ ਆ ਉਹ ਦੁਨੀਆ ਦੀ ਕਿਸੇ ਫੈਕਟਰੀ ਤੋਂ ਨਹੀਂ ਆ ਸਕਦੀ। ਬਾਅਦ ਵਿੱਚ ਬੇਸ਼ੱਕ ਪ੍ਰੋਸੈਸ ਹੋ ਕੇ ਉਹ ਫੈਕਟਰੀ ਤੋਂ ਹੀ ਆਵੇ, ਪਰ ਮੂਲ ਰੂਪ ਵਿੱਚ ਉਹਦਾ ਜਿਹੜਾ ਸਿਸਟਮ ਹੈਗਾ ਉਹ ਖੇਤੀ ਨਾਲ ਜੁੜਿਆ ਹੋਇਆ, ਜ਼ਮੀਨ ਨਾਲ ਜੁੜਿਆ ਹੋਇਆ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਜ਼ਿਮੀਂਦਾਰ ਦੀ ਜੇ ਗੱਲ ਕੀਤੀ ਜਾਵੇ ਤੇ ਉਹ ਉਹੀ ਲੋਕ ਨੇ ਜਿਹੜੇ ਕਦੇ ਟੈਕਨੋਲੋਜੀ ਦੇ ਮੁਖੀ ਸੀ। ਬਿਲ ਗੇਟਸ ਨੇ 2.5 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਐਕਵਾਇਰ ਕੀਤੀ ਹੈ। ਤੇ ਹੁਣ ਤੇ ਤੁਸੀਂ ਕਹੋਗੇ ਕਿ ਬਿਲ ਗੇਟਸ ਇੱਕ ਕਿਸਾਨ ਆ, ਤੇ ਤੁਸੀਂ ਇਸ ਇੰਪੋਰਟੈਂਸ ਨੂੰ ਸਮਝ ਸਕਦੇ ਆ ਕਿ ਉਹ ਲੋਕ ਪਹਿਲਾਂ ਕੀ ਕਰਦੇ ਸੀ, ਕਿੱਥੇ ਤੱਕ ਉਹਨਾਂ ਨੇ ਆਪਣਾ ਬਿਜ਼ਨਸ ਅਪਣਾਇਆ, ਕੀ ਉਹਨਾਂ ਨੇ ਕੀਤਾ ਤੇ ਫਿਰ ਮੁੜ ਕੇ ਕਿੱਥੇ ਪਹੁੰਚੇ। ਮੈਨੂੰ ਲੱਗਦਾ ਅਸੀਂ ਕਿਸੇ ਹੋਰ ਪਾਸੇ ਚਲੇ ਗਏ, ਗੱਲ ਭਾਰਤ ਬੰਦ ਦੀ ਸੀ। ਲੈ ਕੇ ਆਓਗੇ ਉਸੇ ਗੱਲ ਜੀ। ਤੇ ਭਾਰਤ ਬੰਦ ਅਸੀਂ ਬੀਤੇ ਸਮੇਂ 'ਚ ਬਹੁਤ ਵਾਰ ਦੇਖਦੇ ਰਹੇ ਹਾਂ ਕਿ ਬਹੁਤ ਸਾਰੀਆਂ ਐਜੀਟੇਸ਼ਨਸ, ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਧਰਮ ਨੂੰ ਲੈ ਕੇ, ਕੁਝ ਹੋਰ ਮਸਲਿਆਂ ਨੂੰ ਲੈ ਕੇ, ਚਾਹੇ ਉਹ ਭੋਪਾਲ ਗੈਸ ਕਾਂਡ ਸੀ ਜਾਂ ਫਿਰ ਉਹ ਧਾਰਮਿਕ ਪੰਜਾਬ ਦੇ ਵਿੱਚ ਕੁਝ ਧਾਰਮਿਕ ਆਗੂਆਂ ਦੇ ਕਤਲ ਤੋਂ ਬਾਅਦ ਦਾ ਪੰਜਾਬ ਬੰਦ ਦਾ ਰੌਲਾ ਸੀ। ਤੇ ਬਹੁਤ ਸਾਰੇ ਸਮੇਂ ਤੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਅਸੀਂ ਬੰਦ ਦੀ ਜਿਹੜੀ ਕਾਲ ਆ ਉਹ ਆਮ ਤੌਰ 'ਤੇ ਟ੍ਰੇਡ ਯੂਨੀਅਨਸ ਵੱਲੋਂ ਜਾਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਣਦੇ ਰਹੇ ਹਾਂ। ਤੇ ਉਹਦੇ ਵਿਆਪਕ ਅਸਰ ਵੀ ਨਜ਼ਰ ਆਉਂਦੇ ਆ ਤੇ ਕਈ ਵਾਰ ਉਹ ਛੋਟੇ ਅਸਰ ਵੀ ਹੁੰਦੇ ਨੇ। ਕਈ ਵਾਰ ਅਸੀਂ ਉਸ ਬੰਦ ਦੇ ਵਿੱਚ ਹਿੱਸਾ ਨਹੀਂ ਲੈਂਦੇ, ਬਹੁਤ ਵਾਰ ਅਸੀਂ ਉਹਦੇ ਵਿੱਚ ਹਿੱਸਾ ਲੈਂਦੇ ਹਾਂ। ਡਿਪੈਂਡ ਕਰਦਾ ਕਿ ਅਸੀਂ ਉਹਦੇ ਨਾਲ ਕਿੱਦਾਂ ਜੁੜੇ ਹੋਏ ਹਾਂ। ਅਸੀਂ ਕਹਿਣ ਤੋਂ ਭਾਵ ਮੇਰੀ ਆਪਣੀ ਗੱਲ ਨਹੀਂ ਆ, ਆਮ ਲੋਕਾਂ ਦੀ ਗੱਲ ਕਰਦੇ ਹਾਂ। ਇਸ ਵਾਰ ਜਿਹੜਾ ਬੰਦ ਆ ਉਹ 26 ਤਰੀਕ ਦਾ ਹੈਗਾ। ਅੱਜ ਦਾ ਭਾਰਤ ਬੰਦ ਕਿਸਾਨ ਸੰਗਠਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਹੋਇਆ। ਬਹੁਤ ਸਾਲ ਤੋਂ ਲਗਭਗ ਅਸੀਂ ਇਸ ਅੰਦੋਲਨ ਦੀ ਗੱਲ ਸੁਣ ਰਹੇ ਹਾਂ। ਬੀਤੇ ਸਮੇਂ ਤੋਂ, ਕਾਫੀ ਦੇਰ ਤੋਂ, ਜੂਨ 'ਚ ਜਦੋਂ ਇਹ ਆਇਆ ਸੀ, ਜਾਣੀ ਕਿ ਕਾਫੀ ਲੰਬੇ ਸਮੇਂ ਤੋਂ ਹੋ ਗਿਆ, 4 ਮਹੀਨੇ ਤੋਂ ਇਸ ਅੰਦੋਲਨ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਦਿੱਲੀ ਪਹੁੰਚਿਆ ਹੋਇਆ। ਇਸੇ ਕਰਕੇ ਸ਼ਾਇਦ ਉਹਦੇ 4 ਮਹੀਨੇ ਪੂਰੇ ਹੋਣ ਤੇ ਸਰਕਾਰ ਦੇ
ਕੰਨ ਖੋਲਣ ਲਈ, ਸਰਕਾਰ ਨੂੰ ਜਗਾਉਣ ਲਈ ਤੇ ਇਹ ਦੱਸਣ ਲਈ ਕਿ 5 ਸਟੇਟਾਂ ਦੀਆਂ ਚੋਣਾਂ ਜ਼ਿਆਦਾ ਮਹੱਤਵਪੂਰਨ ਨਹੀਂ ਹਨ, ਸਾਡਾ ਇੱਥੇ ਬੈਠੇ ਹੋਣਾ ਜਿਹੜਾ ਆ ਉਹ ਜ਼ਿਆਦਾ ਮਹੱਤਵਪੂਰਨ ਹੈ ਜੀ। ਕਿਉਂਕਿ ਮੈਂ ਇਹ ਗੱਲ ਬਹੁਤ ਵਾਰ ਦੁਹਰਾ ਚੁੱਕਿਆ ਕਿ ਪ੍ਰਸ਼ਾਂਤ ਜਿਹੜੇ ਸਾਡੇ ਜੋਗਿੰਦਰ ਯਾਦਵ ਨੇ, ਉਹਨਾਂ ਨੇ ਇਹ ਗੱਲ ਬਹੁਤ ਪਹਿਲਾਂ ਸਵਰਾਜ ਅੰਦੋਲਨ ਜਦੋਂ ਉਹਨੇ ਸ਼ੁਰੂ ਕੀਤਾ ਸੀ, ਆਮ ਆਦਮੀ ਪਾਰਟੀ ਤੋਂ ਛੱਡ ਕੇ ਜਦੋਂ ਬਾਹਰ ਆਏ ਸੀ, ਉਹਨਾਂ ਨੇ ਇਹ ਗੱਲ ਕਹੀ ਸੀ। ਉਹ ਆਪਣੇ ਭਾਸ਼ਣਾਂ ਵਿੱਚ, ਆਪਣੇ ਲੈਕਚਰਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਗਾਹੇ ਬਗਾਹੇ ਇਹ ਗੱਲ ਬਹੁਤ ਵਾਰ ਕਹਿੰਦੇ ਰਹੇ ਨੇ ਕਿ ਮੁਲਕ ਉਦੋਂ ਬਦਲੇਗਾ ਜਦੋਂ ਕਿਸਾਨ ਵੋਟ ਬੈਂਕ ਬਣੇਗਾ ਜੀ। ਤੇ ਅੱਜ ਇਹ ਗੱਲ ਲੱਗਦੀ ਆ ਕਿ ਕਿਸਾਨ ਜਿਹੜਾ ਆ ਉਸ ਵੋਟ ਬੈਂਕ ਵੱਲ ਨੂੰ ਇਕੱਠਾ ਹੋ ਰਿਹਾ ਜੀ। ਧਰਮ ਤੋਂ, ਜਾਤੀ ਤੋਂ ਤੇ ਹੋਰ ਚੀਜ਼ਾਂ ਤੋਂ ਲੈ ਕੇ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਧਿਰ ਆ, ਜਿਹੜੀ ਇਹਨਾਂ ਦੀ ਧੜੇਬੰਦੀ ਆ, ਉਹ ਸਿਰਫ ਔਰ ਸਿਰਫ ਆਪਣੇ ਕਿੱਤੇ ਨੂੰ ਲੈ ਕੇ, ਰੋਜ਼ੀ ਰੋਟੀ ਨੂੰ ਲੈ ਕੇ ਇਕੱਠੇ ਹੋਣ ਦੀ ਜਿਹੜੀ ਗੱਲ ਆ ਹੁੰਦੀ ਪਈ ਆ ਜੀ। ਭਾਰਤ ਬੰਦ ਕਿਵੇਂ ਰਿਹਾ, ਅੱਜ ਦਾ ਬੰਦ ਸ਼ਾਮ ਨੂੰ ਪਤਾ ਲੱਗੇਗਾ ਕਿਵੇਂ ਰਿਹਾ, ਬਹੁਤ ਵੱਡੀ ਜਿਹੜੀ ਗੱਲ ਹੈ। ਪਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਇਹ ਜਿਹੜਾ ਬੰਦ ਆ ਇਹ ਹੁਣ ਰੁਕੇਗਾ ਨਹੀਂ ਜੀ। ਕੱਲ ਤੋਂ ਬਾਜ਼ਾਰ ਤੇ ਖੁੱਲ ਜਾਣਗੇ, ਦੂਜੇ ਕੰਮ ਸਾਰੇ ਚੱਲ ਪੈਣਗੇ, ਪਰ ਇਹ ਜਿਹੜੀ ਚੰਗਿਆਰੀ ਜਿਹੜੀ ਜੂਨ ਦੇ ਵਿੱਚ ਰਾਜੇਵਾਲ ਸਾਹਿਬ ਹੋਣਾ ਨੇ ਲਾਈ ਸੀ ਪੰਜਾਬ ਦੇ ਵਿੱਚ, ਇਹ ਪੰਜਾਬ ਤੋਂ ਹਰਿਆਣਾ ਹੁੰਦੀ ਹੋਈ ਦਿੱਲੀ ਪਹੁੰਚੀ ਆ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, 28 ਸਟੇਟਾਂ ਨੂੰ ਸੁਣ ਲਈਏ, ਅਸੀਂ ਨਾਮ ਲੈ ਲਈਏ, ਯੂਨੀਅਨ ਟੈਰੀਟਰੀਜ਼ ਦੇ ਨਾਮ ਲੈ ਲਈਏ, ਤੇ ਹਰ ਜਗ੍ਹਾ ਇਹਦੀ ਜਿਹੜੀ ਸੁਗਬਗਾਹਟ ਆ, ਜਿਹੜੀ ਇਹਦੀ ਸੁਲਗਾਹਟ ਆ, ਇਹਦਾ ਜਿਹੜਾ ਧੂੰਆਂ ਆ, ਇਹਦੇ ਜਿਹੜੇ ਚੰਗਿਆੜੇ ਆ ਉਹ ਨਜ਼ਰ ਆ ਰਹੇ ਨੇ। ਚਾਹੇ ਉਹ ਬੰਦਾ ਸਿੱਧਾ ਖੇਤੀ ਨਾਲ ਜੁੜਿਆ ਹੋਇਆ, ਚਾਹੇ ਉਹ ਅਸਿੱਧਾ ਜੁੜਿਆ ਹੋਇਆ, ਚਾਹੇ ਉਹ ਕਿਸੇ ਵੀ ਭਾਰਤ ਦੀ ਭਾਸ਼ਾ ਨੂੰ ਬੋਲਣ ਵਾਲਾ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ, ਚਾਹੇ ਉਹ ਵਿਦੇਸ਼ੀ ਆ, ਕਿਉਂਕਿ ਪੰਜਾਬ ਦੇ ਵਿੱਚ ਤਾਂ ਵਿਦੇਸ਼ੀ ਸਿੱਧੇ ਤੌਰ ਤੇ ਹੁਣ ਜੁੜ ਗਏ, ਬਹੁਤ ਸਾਰੇ ਲੋਕ ਉੱਥੋਂ ਆ ਕੇ ਇੱਥੇ ਰਹਿ ਰਹੇ ਨੇ। ਤੇ ਅੰਦੋਲਨ ਦੇ ਵਿੱਚ ਹੀ ਇੱਕ ਦਿਨ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਇੱਕ ਬੇਬੇ ਦੀ ਰਸੋਈ ਨਾਮ ਦੀ ਜਗ੍ਹਾ ਬਣੀ ਹੋਈ ਆ, ਉੱਥੇ ਇੱਕ ਔਰਤ ਆ ਜਿਹਨੇ 26 ਜਨਵਰੀ ਨੂੰ ਵਾਪਸ ਜਾਣਾ ਸੀ, ਸ਼ਾਇਦ ਉਹ ਕੈਨੇਡਾ ਤੋਂ ਆਈ ਹੋਈ ਹੈ, ਤੇ 26 ਜਨਵਰੀ ਤੋਂ ਉਹ ਵਾਪਸ ਨਹੀਂ ਗਈ, ਤੇ ਉਹਨੂੰ ਲੱਗਿਆ ਕਿ 26 ਜਨਵਰੀ ਦੀ ਘਟਨਾ, ਕਹਿੰਦੀ ਮੈਂ ਸੋਚਿਆ ਕਿ ਜੇ ਮੇਰੇ ਆਪ ਦੇ ਬੱਚੇ, ਮੇਰੇ ਮੁਲਕ ਦੇ ਲੋਕ, ਮੇਰੇ ਪੰਜਾਬ ਦੇ ਲੋਕ ਇੱਥੇ ਪਰੇਸ਼ਾਨ ਨੇ ਤੇ ਮੈਂ ਉੱਥੇ ਜਾ ਕੇ ਕੀ ਕਰਨਾ। ਤੇ ਉਹਨੇ ਉੱਥੇ ਹੀ ਇੱਕ ਰਸੋਈ ਬਣਾਈ ਆ, ਤੇ ਉੱਥੇ ਹੀ ਉਹ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਨੂੰ, ਬਹੁਤ ਸਾਰੇ ਲੀਡਰਾਂ ਨੂੰ ਉੱਥੇ ਮਿਲਦੀ ਆ, ਖਾਣਾ ਵੀ ਖਿਲਾਉਂਦੀ ਆ ਤੇ ਵਿਚਾਰ ਚਰਚਾ ਵੀ ਕਰਦੀ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬੰਦ ਕਿਹੋ ਜਿਹਾ ਰਹੇਗਾ ਇਹ ਤਾਂ ਕੱਲ੍ਹ ਦੀਆਂ ਖਬਰਾਂ ਦੱਸਣਗੀਆਂ, ਪਰ ਇਸ ਬੰਦ ਤੋਂ ਕੋਈ ਵੀ ਸਰਕਾਰੀ ਧਿਰ, ਕੋਈ ਵੀ ਰਾਜਸੀ ਧਿਰ ਅਛੂਤੀ ਨਹੀਂ ਰਹੇਗੀ। ਮੈਂ ਕੱਲ੍ਹ ਹੀ ਕਿਸੇ 2-4 ਬੰਦਿਆਂ ਨਾਲ ਬੈਠ ਕੇ ਗੱਲ ਹੋ ਰਹੀ ਸੀਗੀ ਕਿ ਕਿਸਾਨ ਅੰਦੋਲਨ ਜਿਹੜਾ ਆ ਇਹ ਜਿੱਤਣਾ ਖਤਮ ਹੋਵੇਗਾ ਕਿ ਹਾਰਨਾ ਖਤਮ ਹੋਵੇਗਾ। ਪਹਿਲਾਂ ਤਾਂ ਅਸੀਂ ਬਹੁਤ ਆਸਵਾਨ ਆ ਕਿ ਜਿਹੜਾ ਵੀ ਧਿਰ ਕਿਸੇ ਵੀ ਆਪਣੀ ਮੰਗ ਨੂੰ ਲੈ ਕੇ ਜਦੋਜਹਿਦ ਕਰਦੀ ਆ ਤੇ ਉਹਦੀ ਜਿਹੜੀ ਮੰਗ ਆ ਜੇ ਉਹ ਸਹੀ ਹੋਵੇ ਤੇ ਉਹ ਪੂਰੀ ਹੋਣੀ ਚਾਹੀਦੀ ਹੈ। ਤੇ ਸਾਨੂੰ ਆਪਣੀ ਬੁੱਧੀ ਦੇ ਹਿਸਾਬ ਦੇ ਨਾਲ, ਸਮਝ ਦੇ ਨਾਲ ਇਹ ਗੱਲ ਲੱਗਦੀ ਆ ਕਿ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਜਾਇਜ਼ ਆ। ਫਰਜ਼ ਕਰੀਏ, ਮੰਨ ਲਈਏ ਕਿ ਇਸ ਅੰਦੋਲਨ ਨੇ ਥੋੜਾ ਹੋਰ ਲੰਬਾ ਚੱਲਣਾ ਹੈ ਜਾਂ ਇਹਦੇ 'ਚ ਕੁਝ ਰਿਜ਼ਲਟ ਨਹੀਂ ਨਿਕਲਣੇ, ਤਦ ਵੀ ਆਉਣ ਵਾਲੇ ਸਮੇਂ ਦੇ ਵਿੱਚ, ਚਾਹੇ ਉਹ 10 ਸਾਲ ਬਾਅਦ ਇਹਦਾ ਪੜਚੋਲ ਹੋਵੇ, ਚਾਹੇ 20 ਸਾਲ ਬਾਅਦ ਹੋਵੇ, ਚਾਹੇ ਸਦੀ ਬਾਅਦ ਹੋਵੇ, ਜਦੋਂ ਵੀ ਕਿਤੇ ਸਾਮਰਾਜਵਾਦ ਤੋਂ ਸਮਾਜਵਾਦ ਵੱਲ ਦੁਨੀਆ ਦੇ ਜਾਣ ਦੀ ਗੱਲ ਹੋਵੇਗੀ ਤੇ ਇਸ ਅੰਦੋਲਨ ਦਾ ਨਾਂ ਜਿਹੜਾ ਆ ਪਹਿਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ। ਤੇ ਸ਼ਰਮਾ ਜੀ, ਮੈਂ ਵਿੱਚੋਂ ਟੋਕ ਰਹੀ ਹਾਂ, ਤੁਸੀਂ ਇਸ਼ਾਰਾ ਕੀਤਾ ਸੀ ਕਿ ਸਾਮਰਾਜਵਾਦ ਤੋਂ ਸਮਾਜਵਾਦ ਵੱਲ। ਬਿਲਕੁਲ, ਸਮਾਜਵਾਦ ਤੇ ਜਿਹੜੇ ਉੱਥੇ ਬੈਠੇ ਨੇ, ਸਮਾਜ ਦੇ ਥਾਣੇਦਾਰ ਬਣ ਕੇ ਕਵਾਂਗੇ ਇਸ ਵੇਲੇ, ਕਿਉਂਕਿ ਪੂਰੀ ਕਮਾਨ ਉਹਨਾਂ ਕੋਲ ਹੈ, ਉਹ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਵਾਪਸ ਨਹੀਂ ਜਾਣਾ। ਬਿਲਕੁਲ, ਤੇ ਇਹ ਜਿਹੜੀ ਨੀਤੀ ਹੈ, ਰਾਜੇਵਾਲ ਹੋਰੀ ਕਿਤੇ ਕਹਿ ਰਹੇ ਸੀ ਕਿ ਇਹ ਸਿਰਫ ਹੁਣ ਹਿੰਦੁਸਤਾਨ ਦਾ ਜਾਂ ਪੰਜਾਬ ਦੇ ਕਿਸਾਨਾਂ ਦਾ ਨਹੀਂ, ਇਹ ਕਿਸੇ ਹੋਰ ਵਿਦੇਸ਼ੀ ਧਰਤੀ ਤੇ ਵੀ ਇਸ ਅੰਦੋਲਨ ਦੀ ਜਿਹੜੀ ਚਿੰਗਿਆਰੀ ਉਹ ਨਜ਼ਰ ਆ ਰਹੀ ਹੈ। ਬਿਲਕੁਲ, ਦੁਨੀਆ ਭਰ ਦੇ ਕਿਸਾਨ ਇਕੱਠੇ ਹੋ ਰਹੇ ਨੇ ਕਿ ਜਿਹੜਾ ਪੂੰਜੀਪਤੀਆਂ ਦਾ ਰਾਜ ਹੈ, ਜਿਹੜਾ ਇੱਕੋ ਮੰਡੀਕਰਨ ਬਣਾਉਣ ਦਾ ਸਿਲਸਿਲਾ ਹੈ, ਸੋਚ ਹੈ, ਉਹ ਲਾਗੂ ਨਹੀਂ ਹੋਣ ਦੇਵਾਂਗੇ। ਬਿਲਕੁਲ, ਤੇ ਇਸ ਸਿਲਸਿਲੇ ਦੇ ਵਿੱਚ ਦੇਖੀਏ ਤੇ ਮੁਕੰਮਲ ਬੰਦ ਹੈ ਜਿਹੜਾ, ਕੌਣ ਉਹਦੇ 'ਚ ਸ਼ਾਮਿਲ ਹੋ ਰਿਹਾ? ਜਿੱਥੋਂ ਤੱਕ ਅੱਜ ਦੇ ਭਾਰਤ ਬੰਦ ਦੀ ਗੱਲ ਕਰੀਏ ਤੇ ਮੇਰਾ ਖਿਆਲ ਆ ਕਿ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੇ ਉਹਦੇ 'ਚ ਸ਼ਾਮਿਲ ਨੇ ਜੀ। ਤੇ ਦੂਸਰੀ ਗੱਲ ਇਹ ਵੀ ਆ ਕਿ ਜਿੰਨਾ ਕਿਸੇ ਨੂੰ ਸੇਕ ਲੱਗੇਗਾ ਉਹਨਾਂ ਉਸ ਬੰਦ 'ਚ ਸ਼ਾਮਿਲ ਹੋਵੇਗਾ। ਜੇ ਇਸ ਸਿਧਾਂਤ ਦੀ ਗੱਲ ਕਰੀਏ ਤੇ ਪੰਜਾਬ, ਮੈਨੂੰ ਲੱਗਦਾ ਸ਼ਾਮ ਤੱਕ ਸਾਨੂੰ ਖਬਰਾਂ ਮਿਲ ਜਾਣਗੀਆਂ, ਮੁਕੰਮਲ ਬੰਦ ਰਹੇਗਾ। ਜਿੰਨੇ ਵੀ ਲੋਕਾਂ ਨਾਲ ਮੇਰੀ ਸਿੱਧੀ ਜਾਂ ਸਿੱਧੀ ਗੱਲ ਹੋਈ ਆ, ਚਾਹੇ ਉਹ ਇੰਡਸਟਰੀਲਿਸਟ ਨੇ, ਚਾਹੇ ਉਹ ਫੈਕਟਰੀਆਂ ਵਾਲੇ ਨੇ, ਚਾਹੇ ਉਹ ਆਪਣੇ ਬਿਜ਼ਨਸ ਚਲਾਉਣ ਵਾਲੇ ਨੇ, ਚਾਹੇ ਉਹ ਆਟੋਮੋਬਾਈਲ ਸੈਕਟਰ ਦੇ ਲੋਕ ਨੇ, ਉਹਨਾਂ ਨੇ ਇਹ ਗੱਲ ਕਿਹਾ ਕਿ ਅਸੀਂ ਕੱਲ੍ਹ ਦੁਕਾਨਾਂ ਜਿਹੜੀਆਂ ਆਪਣੀਆਂ, ਬਿਜ਼ਨਸ ਅਦਾਰੇ ਜਿਹੜੇ ਆ ਉਹ ਨਹੀਂ ਖੋਲਾਂਗੇ। ਟ੍ਰੇਡ ਯੂਨੀਅਨਸ ਨੇ, CTU ਜਿਹੜੀ ਹੈ ਸੈਂਟਰਲ ਟ੍ਰੇਡ ਯੂਨੀਅਨ ਆ, ਉਹਨਾਂ ਨੇ ਕੱਲ੍ਹ ਕਹਿ ਦਿੱਤਾ ਕਿ ਅਸੀਂ ਇਸ ਬੰਦ ਦਾ ਸਮਰਥਨ ਕਰਾਂਗੇ। ਹੁਣੇ ਅਸੀਂ ਇੱਕ ਖਬਰ ਦੇਖਦੇ ਸੀ, ਅਸੀਂ ਗੱਲ ਕਰਦੇ ਸੀ ਪ੍ਰੋਗਰਾਮ ਤੋਂ ਪਹਿਲਾਂ ਕਿ ਅਬੋਹਰ ਦੇ ਵਿੱਚ ਜਿੰਨੀਆਂ ਵੀ ਯੂਨੀਅਨਸ ਨੇ, ਚਾਹੇ ਉਹ ਦੋਜੀ ਨੇ, ਚਾਹੇ ਉਹ ਮਠਿਆਈ ਵਾਲੇ ਨੇ, ਚਾਹੇ ਉਹ ਬੇਕਰੀ ਐਸੋਸੀਏਸ਼ਨ ਹੈ, ਉਹਨਾਂ ਨੇ ਕਿਹਾ ਕਿ ਅਸੀਂ ਇਸ ਬੰਦ ਦਾ
ਸਮਰਥਨ ਕਰਦੇ ਆ। ਗੱਲ ਇਹ ਵੀ ਆ, ਮੈਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰਦਾ ਕਿ ਇਸ ਅੰਦੋਲਨ ਨੂੰ ਕਿਸਾਨਾਂ ਦਾ ਅੰਦੋਲਨ ਤਾਂ ਕਿਹਾ ਜਾ ਰਿਹਾ, ਪਰ ਜੇ ਇਹ ਅੰਦੋਲਨ ਸਫਲ ਨਹੀਂ ਹੁੰਦਾ, ਜੇ ਸਰਕਾਰ ਆਪਣੇ ਮਨਸੂਬੇ 'ਚ ਸਫਲ ਹੋ ਜਾਂਦੀ ਆ ਤੇ ਇਹਦਾ ਜਿਹੜਾ ਨੁਕਸਾਨ ਆ ਉਹ ਕਿਸਾਨਾਂ ਤੇ ਹੋਣਾ ਹੀ ਹੋਣਾ ਹੈ, ਉਹਦੇ 'ਚ ਕੋਈ ਦੋ ਰਾਮਾ ਨਹੀਂ। ਪਰ ਇਸ ਤੋਂ ਵੀ ਜ਼ਿਆਦਾ ਇਸ ਅੰਦੋਲਨ ਦਾ ਨੁਕਸਾਨ, ਇਹਦੇ ਜਿਹੜੇ ਸਿੱਟੇ ਆ ਉਹ ਆਮ ਜਮਾਤ ਨੂੰ ਭੁਗਤਣੇ ਪੈਣੇ ਆ ਜਿਹੜੇ ਕਿਸਾਨੀ ਨਾਲ ਨਹੀਂ ਜੁੜੇ ਹੋਏ, ਕਿਉਂਕਿ ਮੋਨੋਪੋਲੀ ਜਿਹੜੀ ਆ ਉਹ ਫਿਰ ਕਾਰਪੋਰੇਟਸ ਦੀ ਹੋਣੀ ਆ। ਉਗਾਉਣਾ, ਬਣਾਉਣਾ, ਪ੍ਰੋਸੈਸ ਕਰਨਾ, ਵੇਚਣਾ, ਪਰੋਸਣਾ, ਉਹ ਸਾਰਾ ਕੁਝ ਫਿਰ ਉਹਨਾਂ ਦੇ ਹੱਥ 'ਚ ਆ ਜਾਣਾ। ਫਿਰ ਉਹਨਾਂ ਦੀ ਮਰਜ਼ੀ ਨਾਲ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭੁਗਤਣੀਆਂ ਪੈਣੀਆਂ। ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿ ਲੋਕਤੰਤਰ ਚੰਗਾ ਨਹੀਂ ਹੈ ਤੇ ਇੱਥੇ ਰਾਜਾਸ਼ਾਹੀ ਹੋਣੀ ਚਾਹੀਦੀ ਆ, ਪਰ ਪਰਮਿੰਦਰ ਜੀ ਅਸਲੀਅਤ ਇਹ ਵੀ ਆ ਕਿ ਲੋਕਤੰਤਰ ਦੇ ਹੁੰਦਿਆਂ ਇਹ ਹਾਲ ਆ। ਜੇ ਰਾਜਾਸ਼ਾਹੀ ਹੋਵੇ, ਜੇ ਮੋਨੋਪੋਲੀ ਹੋਵੇ ਤਾਂ ਫਿਰ ਕੀ ਹੋਵੇਗਾ। ਤੇ ਸ਼ਰਮਾ ਜੀ, ਆਪਾਂ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ, ਪਹਿਲਾਂ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਸੀ ਜੀ, ਉਹਦੇ ਬਾਰੇ ਜੇ ਉਹਦੇ 'ਚ ਹੋਰ ਐਡ ਆਨ ਕਰੀਏ ਤਾਂ ਕਿਹੜੀ ਗੱਲ ਤੁਸੀਂ ਚਾਹੁੰਦੇ ਹੋ ਕਿ ਮੈਂ 1 ਮਿੰਟ 'ਚ ਕਰ ਦੇਵਾਂ? ਨਹੀਂ, 1 ਮਿੰਟ 'ਚ ਤਾਂ ਕੋਈ ਗੱਲ ਨਹੀਂ ਹੋਣੀ। ਵੈਸੇ ਜੇ ਤੁਸੀਂ ਕਹਿੰਦੇ ਆ ਤਾਂ ਆਪਾਂ ਥੋੜ੍ਹੀ ਗੱਲ ਕਰ ਲੈਂਦੇ ਹਾਂ, ਪਰ ਗੱਲ ਇਹ ਆ ਕਿ ਅਸੀਂ ਭਾਰਤ ਬੰਦ ਦੀ ਗੱਲ ਕਰ ਰਹੇ ਸੀ ਤੇ ਸਰਕਾਰ ਜਿਹੜੀ, ਜਦੋਂ ਅਸੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਤੇ ਉਹ ਇਹਨਾਂ 3 ਕਾਨੂੰਨਾਂ ਤੇ ਰੁਕੀ ਨਹੀਂ। ਇਹਨਾਂ 3 ਕਾਨੂੰਨਾਂ ਨੂੰ ਬਣਾਉਣ ਤੇ ਲਾਗੂ ਕਰਨ ਤੋਂ ਬਾਅਦ ਵੀ ਉਹਦਾ ਜਿਹੜਾ ਧਿਆਨ ਆ ਉਹ ਕਾਰਪੋਰੇਟ ਸੈਕਟਰ ਦੇ ਉਸ ਮਨਸੂਬੇ ਨੂੰ ਪੂਰਾ ਕਰਨ ਲਈ ਹਾਲੇ ਤੱਕ ਵੀ ਉੱਥੇ ਹੀ ਲੱਗਿਆ ਹੋਇਆ। 4 ਮਹੀਨੇ, 6 ਮਹੀਨੇ ਜਾਂ 7 ਮਹੀਨੇ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਸਰਕਾਰ ਦੀ ਜਿਹੜੀ ਨੀਤੀ ਆ ਉਹ ਉੱਥੇ ਹੀ ਅਟਕੀ ਹੋਈ ਹੈ। ਭਾਵੇਂ ਉਹਨੇ ਗਾਇਕਾਂ ਦਾ ਵਿਰੋਧ ਕਰਨ ਲਈ ਉਹਨਾਂ ਤੇ ਆਪਣੀਆਂ ਏਜੰਸੀਆਂ ਨੂੰ ਵਰਤਿਆ ਹੋਵੇ, ਚਾਹੇ ਆੜਤੀਆਂ ਤੇ ਵਰਤਿਆ ਹੋਵੇ, ਚਾਹੇ ਉਹਨੇ ਇਸ ਚੀਜ਼ ਨੂੰ ਲੈ ਕੇ ਹੁਣ FCI ਜਿਹੜੀ ਉਹਨਾਂ ਦੀ ਵੱਡੀ ਏਜੰਸੀ ਆ ਭਾਰਤ ਸਰਕਾਰ ਦੀ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹ ਜਿਹੜੀ ਸਭ ਤੋਂ ਵੱਡੀ ਖਰੀਦ ਕਰਦੀ ਆ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਦੇ ਵਿੱਚ, ਉਹਦੀ ਹੁਣ ਇੱਕ ਨਵੀਂ ਖਰੀਦ ਨੀਤੀ ਦੀ ਗੱਲ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਕੀਤੀ ਆ ਤੇ ਉਹਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਵੱਡਾ ਇੱਕ ਵਿਰੋਧ ਜਿਹੜਾ ਉਹ ਦਰਜ ਕੀਤਾ ਜਾ ਰਿਹਾ। ਹਾਂ, ਆੜਤੀਆਂ ਨੇ ਕੱਲ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਹੈ ਜੀ, ਤੇ ਉਹਨਾਂ ਨੇ ਕੀ ਅੱਗੋਂ ਜਵਾਬ ਦਿੱਤਾ ਇਹ ਤੁਸੀਂ ਦੱਸ ਦਿਓ। ਦੇਖੋ, ਪੰਜਾਬ ਸਰਕਾਰ ਦੇ ਜਿੱਥੋਂ ਤੱਕ ਜਵਾਬ ਦੀ ਗੱਲ ਆ ਤੇ ਉਹ ਤੇ ਇਹਨਾਂ ਦੇ ਨਾਲ ਖੜੇ ਨੇ, ਇਹਨਾਂ ਨੂੰ ਜਵਾਬ ਨਹੀਂ ਦੇ ਰਹੇ। ਉਹ ਤਾਂ ਇਹਨਾਂ ਦੀ ਗੱਲ ਸੁਣ ਵੀ ਰਹੇ ਆ ਤੇ ਅੱਗਿਓਂ ਸਰਕਾਰ ਤੇ ਵੀ ਦਬਾਅ ਬਣਾ ਰਹੇ ਆ, ਆਪਣੇ ਢੰਗ ਨਾਲ ਗੱਲ ਕਰ ਵੀ ਰਹੇ ਆ, ਕਿਉਂਕਿ ਇਹ ਜਿਹੜਾ ਮਸਲਾ ਨਵਾਂ ਨਹੀਂ ਆ। ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਅਸੀਂ ਸਿੱਧੀ ਅਦਾਇਗੀ ਕਰ ਰਹੇ ਹਾਂ। ਉਦੋਂ ਪਿਛਲੀ ਵਾਰ ਵੀ, ਜੇ ਸਾਨੂੰ ਯਾਦ ਹੋਵੇ, CCL ਜਿਹੜੀ ਆ ਉਹ ਲਟਕੀ ਸੀ ਤੇ ਕਾਫੀ ਟਾਈਮ ਤੇ ਜਾ ਕੇ ਪਾਸ ਹੋਈ ਸੀ। ਜਿਹੜੀ ਕ੍ਰੈਡਿਟ ਲਿਮਿਟ ਪੰਜਾਬ ਸਰਕਾਰ ਨੂੰ RBI ਦੀ ਗਰੰਟੀ ਤੇ ਮਿਲਦੀ ਆ, ਜਿਹਦੇ ਨਾਲ ਉਹ ਜਿਹੜਾ ਅਨਾਜ ਆ ਮੰਡੀਆਂ 'ਚੋਂ ਖਰੀਦਦੇ ਆ, ਬਾਅਦ ਵਿੱਚ ਉਹ ਫਿਰ DB ਉਹਦੇ ਲਈ ਵੀ ਵਰਤਿਆ ਜਾਂਦਾ, ਜਿਹੜੀਆਂ ਸਾਡੀਆਂ ਡਾਇਰੈਕਟ ਬੈਨੀਫਿਟ ਸਕੀਮਸ ਆ, ਚਾਹੇ ਉਹ ਆਟਾ ਦਾਲ ਸਕੀਮ ਆ, ਚਾਹੇ ਉਹ ਹੋਰ ਚੀਜ਼ਾਂ ਲਈ ਵਰਤਿਆ ਜਾਣ ਵਾਲਾ ਅਨਾਜ ਆ, ਤੇ ਜਾਂ ਫਿਰ ਉਹ ਜਿਹੜਾ ਬਾਕੀ ਖਰੀਦ ਏਜੰਸੀਆਂ ਖਰੀਦ ਕੇ ਤੇ ਫਿਰ ਮੁਲਕ ਦੇ ਵੱਖ-ਵੱਖ ਹਿੱਸਿਆਂ ਨੂੰ ਤੇ ਅਨਾਜ ਭੰਡਾਰਨ ਨੂੰ ਦਿੱਤਾ ਜਾਂਦਾ। ਹੁਣ ਜਿਹੜੀ FCI ਨੇ ਕਿਹਾ ਆ, ਜਿੱਦਾਂ ਅਸੀਂ ਸਾਰੇ ਜਾਣਦੇ ਹਾਂ, ਕਿ ਜਿਹੜੀ ਉਹ ਖਾਤਿਆਂ ਦੇ ਵਿੱਚ ਸਿੱਧੀ ਅਦਾਇਗੀ ਕਰੇਗੀ। ਪੰਜਾਬ ਦੇ ਵਿੱਚ ਜਿਹੜੀ ਸਿੱਧੀ ਅਦਾਇਗੀ ਆ ਉਹ ਸੰਭਵ ਨਹੀਂ ਲੱਗਦੀ ਹਾਲ ਦੀ ਘੜੀ, ਕਿਉਂਕਿ ਕਿਸੇ ਵੀ ਏਡੀ ਵੱਡੀ ਸਕੀਮ ਨੂੰ ਇੰਨੀ ਛੇਤੀ ਲਾਗੂ ਕਰ ਦੇਣਾ ਉਹ ਇੰਨਾ ਸੌਖਾ ਨਹੀਂ। 12-13 ਹਜ਼ਾਰ ਪਿੰਡ ਆ ਤੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਨੇ, ਤੇ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਸਾਰੀ ਦੀ ਸਾਰੀ ਮਾਲਕ ਆਪ ਨਹੀਂ ਖੇਤੀ ਕਰਦੇ। ਬਹੁਤ ਸਾਰੀ ਖੇਤੀ ਜਿਹੜੀ ਆ ਉਹ ਠੇਕੇ ਤੇ ਜ਼ਮੀਨ ਲੈ ਕੇ, ਜਿਹਨੂੰ ਆਪਾਂ ਕਹਿੰਦੇ ਆ ਵਾਹੀਯੋਗ ਜ਼ਮੀਨ ਨੂੰ ਕਿਰਾਏ ਤੇ ਲੈ ਲੈਣਾ। ਪੰਜਾਬੀ ਭਾਸ਼ਾ 'ਚ ਅਸੀਂ ਆਮ ਸਮਝਦੇ ਹਾਂ ਉਸ ਗੱਲ ਨੂੰ ਕਿ ਠੇਕੇ ਤੇ ਹੁੰਦੀ ਆ। ਠੇਕੇ ਤੋਂ ਪਹਿਲਾਂ ਭੌਲੀ ਸ਼ਬਦ ਵੀ ਵਰਤਿਆ ਜਾਂਦਾ ਸੀ, ਚਾਹੇ ਚੌਥੇ ਹਿੱਸੇ ਤੇ ਜਾਂ ਵਟਾਈ ਤੇ, ਕਿ ਤੁਹਾਡੀ ਜ਼ਮੀਨ ਆ, ਮੈਂ ਉਸ ਜ਼ਮੀਨ 'ਚ ਖੇਤੀ ਕਰਦਾ ਆ ਤੇ ਉਹਦੇ ਬਦਲੇ 'ਚ ਕੁਝ ਹਿੱਸਾ ਉਸ ਫਸਲ ਦੀ ਜਿਹੜੇ ਉਤਪਾਦ ਆ ਉਹਦਾ ਮੈਨੂੰ ਮਿਲ ਜਾਂਦਾ, ਤੇ ਬੀਇੰਗ ਏ ਮਾਲਕ ਆਫ ਦਾ ਜ਼ਮੀਨ ਤੁਹਾਨੂੰ ਕੁਝ ਹਿੱਸਾ ਮਿਲ ਜਾਂਦਾ। ਤੇ ਜਿਹੜੀ ਠੇਕੇਦਾਰੀ ਪ੍ਰਥਾ ਆ ਉਹ ਦੂਸਰੀ ਗੱਲ ਆ ਕਿ ਤੁਹਾਡੇ ਕੋਲ ਜ਼ਮੀਨ ਤੇ ਹੈਗੀ ਆ, ਪਰ ਤੁਸੀਂ ਕਿਸੇ ਹੋਰ ਕਿੱਤੇ 'ਚ ਜਾਂ ਕਿਸੇ ਹੋਰ ਕੰਮਕਾਰ 'ਚ ਹੋ, ਜਾਂ ਤੁਸੀਂ ਪੰਜਾਬ 'ਚ ਰਹਿ ਹੀ ਨਹੀਂ ਰਹੇ, ਆਊਟ ਆਫ ਸਟੇਟ ਆ। ਜਿੱਦਾਂ ਸਾਡੇ NRIs ਦਾ ਬਹੁਤਾ ਸਿਚੁਏਸ਼ਨ ਇਸੇ ਤਰ੍ਹਾਂ ਦੀ ਆ, ਤੇ ਉਹਨਾਂ ਦੀ ਜਿਹੜੀ ਜ਼ਮੀਨ ਆ ਫਿਰ ਉਹਨਾਂ ਨੇ ਅੱਗੋਂ ਕਿਸੇ ਨੂੰ ਠੇਕੇ ਤੇ ਦਿੱਤੀ ਹੋਈ ਆ। ਉਹ ਠੇਕਾ, ਜੋ ਵੀ ਜ਼ਮੀਨ ਦਾ ਇੱਕ ਮੁੱਲ ਤੈਅ ਹੋ ਜਾਂਦਾ ਕਿ ਇਸ ਜ਼ਮੀਨ ਨੂੰ 1 ਸਾਲ ਦੇ ਲਈ ਮੈਂ ਵਾਹੁਣਾ ਆ ਤੇ ਉਹਦੇ ਜਿਹੜੇ ਮੈਨੂੰ ਪੈਸੇ ਮਿਲ ਜਾਣੇ ਆ। ਤੇ ਅਸੀਂ ਜਾਣਦੇ ਹਾਂ ਕਿ ਜੂਨ ਦੀ ਅੱਧ ਤੋਂ 15 ਜੂਨ ਤੋਂ ਇਹ ਠੇਕਾ ਸ਼ੁਰੂ ਹੁੰਦਾ, ਕਿਉਂਕਿ ਉਦੋਂ ਤੋਂ ਜਿਹੜੀ ਫਸਲ ਆ ਦੂਜੀ ਬੀਜੀ ਜਾਂਦੀ ਹੈ, ਕਣਕ ਤੋਂ ਬਾਅਦ ਜਦੋਂ ਖੇਤ ਖਾਲੀ ਹੋ ਜਾਂਦੇ। ਤੇ ਜੇ ਇਹ ਸਿੱਧੀ ਅਦਾਇਗੀ ਸਰਕਾਰ ਜਿੱਦਾਂ ਚਾਹੁੰਦੀ ਆ ਕਰਨੀ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਣਗੀਆਂ। ਸ਼ੁਰੂ 'ਚ ਤਾਂ ਉਹਨਾਂ ਨੇ ਕਿਹਾ ਕਿ ਮਾਲ ਮਹਿਕਮੇ ਕੋਲ ਜ਼ਮੀਨ ਦਾ ਜਿਹੜਾ ਮਾਲਕ ਹੈ ਉਹ ਆਪਣੀ ਜ਼ਮੀਨ ਦੇ ਫਰਦ ਜਿਹੜੇ ਆ ਉਹ ਦਵੇ ਤੇ ਦੱਸੇ ਕਿ ਮੈਂ ਕਿੰਨੀ ਕਣਕ ਬੀਜੀ ਹੋਈ ਆ। ਫਿਰ ਉਹ ਜਦੋਂ ਕਣਕ ਮੰਡੀ 'ਚ ਲੈ ਕੇ ਆਵੇਗਾ, ਖਰੀਦਣਗੇ ਉਹਨੂੰ, ਏਜੰਸੀਆਂ ਖਰੀਦਣਗੀਆਂ, ਚਾਹੇ ਆੜਤੀਏ ਖਰੀਦਣਗੇ, ਤੇ ਉਹਦੀ ਜਿਹੜੀ ਅਦਾਇਗੀ ਆ ਉਹ ਆੜਤੀ ਦੇ ਥਰੂ ਨਹੀਂ ਹੋਵੇਗੀ, ਉਹਦੀ ਜਿਹੜੀ ਅਦਾਇਗੀ ਆ ਉਹ ਸਿੱਧੀ ਉਹਨੂੰ ਹੋਵੇਗੀ। ਵੱਡੀ ਸਮੱਸਿਆ ਆਵੇਗੀ, ਇੱਕ ਬਹੁਤ ਵੱਡੀ। ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਸਮੱਸਿਆ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਕੇਂਦਰ ਸਰਕਾਰ ਨੂੰ ਪਤਾ ਹੈ
ਕਿ ਉਹ ਨਵੇਂ ਨਹੀਂ ਹਨ ਇਸ ਫੀਲਡ ਦੇ ਵਿੱਚ। ਉਹ ਹਰ ਸਾਲ ਇਹ ਕੰਮ ਕਰਦੇ ਨੇ, ਅੰਕੜੇ ਦੇਖਦੇ ਨੇ ਕਿ ਕਿੰਨੀ ਫਸਲ ਹੁੰਦੀ ਆ ਤੇ ਕਿਵੇਂ ਉਹਦੀ ਖਰੀਦ ਹੁੰਦੀ ਆ, ਕਿੱਦਾਂ ਉਹਦੇ ਲਈ ਬਾਰਦਾਨਾ ਦਿੱਤਾ ਜਾਂਦਾ, ਕਿੰਨੇ ਲੋਕ ਉਹਦੇ ਵਿੱਚ ਸ਼ਾਮਲ ਨੇ ਜੀ। ਉਹ ਇਸ ਗੱਲ ਨੂੰ ਜਾਣਬੁੱਝ ਕੇ ਕਰ ਰਹੇ ਨੇ। ਉਹਦੇ ਪਿੱਛੇ ਕੁਝ ਵੱਡੇ ਕਾਰਨ ਨੇ। ਇੱਕ ਤੇ ਉਹੀ ਕਾਰਨ ਹੈ ਕਿ ਕਾਰਪੋਰੇਟ ਨੂੰ ਦੇਣਾ ਹੈ। ਦੂਸਰਾ, ਸਰਕਾਰ ਮੰਡੀਕਰਨ ਵਾਲੀ ਆਪਣੀ ਜਿਹੜੀ ਨੀਤੀ ਆ, ਜ਼ਿੰਮੇਵਾਰੀ ਆ, ਉਹ ਤੋਂ ਭੱਜਣਾ ਚਾਹੁੰਦੀ ਹੈ। ਉਹੀ ਉਹਨਾਂ ਕਾਨੂੰਨਾਂ ਦੇ ਨਾਲ ਜੁੜਦੀਆਂ ਹੋਈਆਂ ਸਾਰੀਆਂ ਗੱਲਾਂ ਨੇ। ਇਸੇ ਗੱਲ ਨੂੰ ਲੈ ਕੇ ਆੜਤੀਆਂ ਦੀ ਐਸੋਸੀਏਸ਼ਨ ਜਿਹੜੀ ਆ, ਉਹਦੇ ਚ ਕਾਲੜਾ ਸਾਹਿਬ ਆ ਕੋਈ, ਜਿਹੜੇ ਪੰਜਾਬ ਆੜਤੀ ਐਸੋਸੀਏਸ਼ਨ ਦੇ ਨੇ, ਉਹਦੇ ਨਾਲ ਖੁਰਾਕ ਸੈਕਟਰੀ ਵੀ ਸੀ ਤੇ ਕੁਝ ਹੋਰ ਲੋਕ ਵੀ ਸੀ। ਮੇਰਾ ਖਿਆਲ ਮਨਪ੍ਰੀਤ ਬਾਦਲ ਜੀ ਵੀ ਸੀਗੇ ਉਹਦੇ ਚ, ਖਜ਼ਾਨਾ ਮੰਤਰੀ, ਤੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲ, ਉਹਨਾਂ ਦੀ ਗੱਲ ਸੁਣੀ ਆ ਤੇ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨੇ, ਕਿਉਂਕਿ ਪੰਜਾਬ ਪਹਿਲਾਂ ਤੋਂ ਹੀ ਇਸ ਗੱਲ ਲਈ, ਪੰਜਾਬ ਸਰਕਾਰ ਜਿਹੜੀ ਆ ਉਹ ਜੁੜੀ ਹੋਈ ਹੈ ਸਾਰੀਆਂ ਗੱਲਾਂ ਨੂੰ ਲੈ ਕੇ। ਪਰ ਗੱਲ ਇਹ ਆ ਕਿ ਉਹ ਸਾਰਾ ਕੰਮ ਪੰਜਾਬ ਸਰਕਾਰ ਨੇ ਨਹੀਂ ਕਰਨਾ, ਤੇ ਆਪਣੇ ਤੌਰ ਤੇ ਪੰਜਾਬ ਸਰਕਾਰ ਇੰਨਾ ਕੰਮ ਕਰ ਵੀ ਨਹੀਂ ਸਕੂਗੀ। 35 ਤੋਂ 40 ਹਜ਼ਾਰ ਕਰੋੜ ਦੀ ਜਿਹੜੀ ਕਣਕ ਆ ਉਹ ਹੋਣੀ ਆ ਸਟੇਟ ਦੇ ਵਿੱਚ, ਤੇ ਉਹ ਮੁਸ਼ਕਲ ਹੋਵੇਗੀ ਪੰਜਾਬ ਸਰਕਾਰ ਲਈ ਕਰਨੀ। ਸ਼ਰਮਾ ਜੀ, ਪੰਜਾਬ ਸਰਕਾਰ ਆੜਤੀਆਂ ਨਾਲ ਤਾਂ ਖੜੀ ਹੋ ਗਈ ਹੈ, ਤੇ ਦੂਜੇ ਪਾਸੇ ਪੰਜਾਬ ਸਰਕਾਰ ਇੱਕ ਹੋਰ ਵੱਡਾ ਕੰਮ ਕਰ ਰਹੀ ਹੈ। ਤਬਦੀਲੀ ਦੇ ਤਬਾਦਲੇ ਵੱਡੇ ਪੱਧਰ ਤੇ ਹੋ ਰਹੇ ਨੇ। ਕਿੱਥੇ ਤਬਦੀਲੀ ਤੇ ਕਿਉਂ ਹੋ ਰਹੀ ਹੈ, ਇਹਦੇ ਬਾਰੇ ਦੱਸ ਦਿਓ। ਬਿਲਕੁਲ, ਤੁਹਾਡਾ ਇਸ਼ਾਰਾ ਪੰਜਾਬ ਦੇ ਵਿੱਚ ਟੀਚਰਾਂ ਦੀਆਂ ਜਿਹੜੀਆਂ ਬਦਲੀਆਂ ਹੋਈਆਂ ਉਹਦੇ ਵੱਲ ਆ। ਤੇ ਪੰਜਾਬ ਦੇ ਵਿੱਚ ਜਦੋਂ ਵੀ ਜਿਹੜੀ ਵੀ ਸਰਕਾਰ ਹੋਵੇ, ਚਾਹੇ ਇਹ ਆ, ਚਾਹੇ ਇਸ ਤੋਂ ਪਹਿਲੀ ਅਕਾਲੀ ਸਰਕਾਰ ਸੀ, ਜਾਂ ਉਸ ਤੋਂ ਪਹਿਲਾਂ ਵਾਲੀ ਅਕਾਲੀ ਸਰਕਾਰ ਸੀ, ਜਾਂ ਉਸ ਤੋਂ ਪਹਿਲਾਂ ਵਾਲੀ ਕੈਪਟਨ ਸਰਕਾਰ ਸੀ, ਜਿਹੜੀਆਂ ਵੱਡੇ ਪੱਧਰ ਤੇ ਟਰਾਂਸਫਰਸ ਹੁੰਦੀਆਂ ਕਿਸੇ ਵੀ ਡਿਪਾਰਟਮੈਂਟ ਵਿੱਚ, ਉਹਦੇ 'ਚ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਆ ਉਹ ਅਧਿਆਪਕਾਂ ਦੀਆਂ ਟਰਾਂਸਫਰਸ ਦਾ ਹੀ ਪੈਂਦਾ। ਜਿਹੜੀਆਂ ਤਬਾਦਲੇ ਹੁੰਦੇ ਆ ਉਹ ਹਮੇਸ਼ਾ ਜਿਹੜੇ ਆ ਉਹ ਵਿਵਾਦਾਂ 'ਚ ਰਹਿੰਦੇ ਆ। ਕਾਫੀ ਦੇਰ ਤੋਂ ਪੰਜਾਬ ਸਰਕਾਰ ਦੇ ਜਿਹੜਾ ਐਜੂਕੇਸ਼ਨ ਮਿਨਿਸਟਰੀ ਆ, ਉਹਦੇ ਐਜੂਕੇਸ਼ਨ ਮਹਿਕਮਾ ਆ, ਉਹਦੇ ਵਿੱਚ ਕ੍ਰਿਸ਼ਨ ਕੁਮਾਰ ਬੜੇ ਭਾਰਤ ਦੇ ਬੜੇ ਵਧੀਆ ਇੱਕ IAS ਅਫਸਰ ਨੇ, ਉਹ ਇਹਦੇ ਨੂੰ ਸੰਭਾਲ ਕੇ ਬੈਠੇ ਹੋਏ ਨੇ। ਉਹਦੇ 'ਚ ਉਹਨਾਂ ਬੜਾ ਚੰਗਾ ਕੰਮ ਕਰ ਰਹੇ ਨੇ। ਉਹਦੇ ਲਈ ਉਹਨਾਂ ਨੇ ਇੱਕ ਵੈਬਸਾਈਟ ਬਣਾਈ ਆ, ਪੰਜਾਬ ਨਾਮ ਦਾ ਪੋਰਟਲ ਆ। ਪਹਿਲਾਂ ਜਿਹੜੀਆਂ ਬਦਲੀਆਂ ਹੁੰਦੀਆਂ ਸੀ ਉਹ ਬਹੁਤ ਉਹਦੇ 'ਚ ਲੰਬਾ ਚੌੜਾ ਚੱਕਰ ਹੁੰਦਾ ਸੀ। ਅਧਿਆਪਕ MLAs ਨੂੰ ਕਹਿੰਦੇ ਸੀ, MLAs ਮਿਨਿਸਟਰਾਂ ਕੋਲ ਜਾਂਦੇ ਸੀ। ਬਹੁਤ ਵਾਰ ਅਸੀਂ ਇਹ ਗੱਲ ਦੇਖੀ ਆ ਕਿ ਪੈਸੇ ਦਾ ਲੈਣ ਦੇਣ ਵੀ ਹੁੰਦਾ ਸੀ ਬਦਲੀਆਂ। ਮੈਂ ਪੁੱਛਣਾ ਹੀ ਚਾਹੁੰਦੀ ਸੀ ਤੁਹਾਡੇ ਕੋਲੋਂ ਵੀ ਆਮ ਤੌਰ ਤੇ ਹੁੰਦਾ ਕਿ ਬਦਲੀ ਕਰਾਉਣੀ ਹੈ ਤਾਂ ਉਹਦਾ ਰੇਟ ਫਿਕਸ ਹੁੰਦਾ ਵੀ ਇੰਨਾ ਰੇਟ ਦੇ ਦਿਓ ਤੇ ਜਿੱਥੇ ਚਾਹੋਗੇ ਉੱਥੇ ਬਦਲੀ ਹੋ ਜਾਏਗੀ। ਕਿਆ ਇੱਥੇ ਵੀ ਕੋਈ ਅਸਰ ਪਊਗਾ? ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਭੂਤਕਾਲ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਅਸੀਂ ਅਕਸਰ ਦੇਖਿਆ ਸੀਗਾ ਕਿ ਜਿਹੜੀਆਂ ਬਦਲੀਆਂ ਆ ਉਹ ਬਹੁਤ ਮੁਸ਼ਕਲ ਤਰੀਕੇ ਨਾਲ ਹੁੰਦੀਆਂ ਸੀ। ਬੜਾ ਲੰਬਾ ਸਮਾਂ ਉਹਦੇ ਲਈ ਜੂਝਣਾ ਪੈਂਦਾ ਸੀ, ਤੇ ਕਾਫੀ ਆਮ ਤੌਰ ਤੇ ਜਿਹੜੀਆਂ ਬਦਲੀਆਂ ਉਹ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਸੀ। ਫਿਰ ਇਹਨਾਂ ਨੇ ਇੱਕ ਸਮਾਂ ਆਇਆ ਜਿੱਦਾਂ ਥੋੜੀ ਸੁਧਾਰ ਦੀ ਗੁੰਜਾਇਸ਼ ਹੋਈ। ਫਿਰ ਜੂਨ ਜੁਲਾਈ ਦੀਆਂ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ, ਉਹਨਾਂ ਛੁੱਟੀਆਂ ਦੇ ਵਿੱਚ ਬਦਲੀਆਂ ਦੀ ਗੱਲ ਕੀਤੀ ਜਾਣ ਲੱਗੀ, ਤਾਂ ਜੋ ਛੁੱਟੀਆਂ ਤੋਂ ਬਾਅਦ ਜਦੋਂ ਸਕੂਲ ਲਗਭਗ ਸੈਸ਼ਨ ਸ਼ੁਰੂ ਹੁੰਦਾ, ਕਿਉਂਕਿ 31 ਮਾਰਚ ਨੂੰ ਐਗਜ਼ਾਮ ਖਤਮ ਹੋ ਜਾਂਦੇ ਸੀ ਪ੍ਰਾਇਮਰੀ ਸਕੂਲਾਂ ਦੇ ਜਾਂ ਸੀਨੀਅਰ ਹਾਈ ਸਕੂਲਾਂ ਤੱਕ ਦੇ। ਰਿਜ਼ਲਟ ਹੀ ਦਿੰਦੇ ਹੁੰਦੇ ਸੀ 31 ਮਾਰਚ ਨੂੰ ਤਾਂ ਮੈਨੂੰ ਲੱਗਦਾ। ਜੀ, ਮਤਲਬ ਕਿ ਅਪ੍ਰੈਲ ਮਈ ਜਿਹੜਾ ਟਾਈਮ ਸੀ ਉਹਨੂੰ ਬਹੁਤਾ ਮਹੱਤਵਪੂਰਨ ਨਾ ਮੰਨਦੇ ਸੀ। ਸੈਸ਼ਨ ਦੀ ਸ਼ੁਰੂਆਤ ਹੁੰਦੀ ਸੀ, ਜੂਨ ਜੁਲਾਈ ਛੁੱਟੀਆਂ ਹੁੰਦੀਆਂ ਸੀ। ਕਾਲਜਸ ਦੇ ਜਿਹੜੇ ਕਲਾਸਿਸ ਆ ਉਹ ਅਗਸਤ ਤੋਂ ਸ਼ੁਰੂ ਹੁੰਦੀਆਂ ਸੀ। ਇੱਦਾਂ ਹੀ ਅਸੀਂ ਮੰਨ ਲੈਂਦੇ ਸੀ ਕਿ ਜਿਹੜੀ ਸਹੀ ਤਰੀਕੇ ਨਾਲ ਜਿਹੜੀ ਪੜ੍ਹਾਈ ਦੀ ਸ਼ੁਰੂਆਤ ਹੈ ਉਦੋਂ ਤੋਂ ਹੀ ਹੁੰਦੀ ਸੀ, ਤੇ ਉਸ ਛੁੱਟੀਆਂ ਦੇ ਦੌਰਾਨ ਬਦਲੀਆਂ ਹੁੰਦੀਆਂ ਸੀ। ਜਦੋਂ ਤੋਂ ਕ੍ਰਿਸ਼ਨ ਕੁਮਾਰ ਜੀ ਨੇ ਇਸ ਮਹਿਕਮੇ ਨੂੰ ਸੰਭਾਲਿਆ ਬਤੌਰ ਡਾਇਰੈਕਟਰ ਜਨਰਲ ਐਜੂਕੇਸ਼ਨ, DGSE ਸ਼ਾਇਦ ਇਹਨਾਂ ਨੂੰ ਕਹਿੰਦੇ, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਸੀਨੀਅਰ IAS ਨੇ ਬਹੁਤ ਸਮਾਂ ਪਹਿਲਾਂ ਜਦੋਂ ਉਹ ਇੱਥੇ IAS ਐਜ਼ ਏ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਸੀ, ਤੇ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਵੱਖ-ਵੱਖ ਮਹਿਕਮਿਆਂ 'ਚ ਉਹ ਰਹੇ ਆ। ਇਸ ਤੋਂ ਬਾਅਦ ਉਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਕੁਝ ਮਿਨਿਸਟਰਾਂ ਨਾਲ ਖਟਪਟ ਵੀ ਰਹੀ, ਕਿਉਂਕਿ ਉਹ ਆਪਣੀ ਧੁਨ ਤੇ ਸੀ, ਆਪਣੇ ਕੰਮ ਕਰਨਾ ਚਾਹੁੰਦੇ ਸੀ, ਤੇ ਜਿਹੜੀ ਮੌਜੂਦਾ ਸਰਕਾਰ ਸੀ ਉਹ ਕੰਮ ਆਪਣੇ ਤਰੀਕੇ ਨਾਲ ਕਰਾਉਣਾ ਚਾਹੁੰਦੇ ਸੀ। ਫਿਰ ਉਹਨਾਂ ਦੀ ਜਿਹੜੀ ਸੀ ਟਰਾਂਸਫਰ ਹੋ ਗਈ ਸੀ PMO ਦੇ ਵਿੱਚ, ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਚਲੇ ਗਏ ਸੀ ਮਨਮੋਹਨ ਸਿੰਘ ਸਰਕਾਰ ਦੇ ਦੌਰਾਨ। ਜਦੋਂ ਕੈਪਟਨ ਸਰਕਾਰ ਆਈ ਆ ਫਿਰ ਉਹਨਾਂ ਨੂੰ ਲਿਆਂਦਾ ਗਿਆ, ਤੇ ਕੁਝ ਇਸ ਮਹਿਕਮੇ ਦੇ ਵਿੱਚ ਆਏ। ਉਹਨਾਂ ਨੇ, ਜਿੱਦਾਂ ਮੈਂ ਗੱਲ ਕੀਤੀ, ਕਿ ਇੱਕ ਪੋਰਟਲ ਬਣਾਤੀ ਸੀ। ਪੋਰਟਲ ਦੇ ਨਾਲ ਸਿਸਟਮ ਜਿਹੜਾ ਆ ਥੋੜਾ ਜਿਹਾ ਟਰਾਂਸਪੇਰੈਂਟ ਹੋ ਗਿਆ, ਥੋੜਾ ਜਿਹਾ ਨਹੀਂ ਤੇ ਹੁਣ ਕਾਫੀ ਟਰਾਂਸਪੇਰੈਂਟ ਹੋ ਗਿਆ। ਤੇ ਦੂਸਰੀ ਗੱਲ ਇਹ ਵੀ ਆ, ਇਸ ਥੋਕ ਦੀਆਂ ਬਦਲੀਆਂ ਦਾ ਕਾਰਨ ਇਹ ਵੀ ਆ ਕਿ ਸਰਕਾਰ ਚਾਹੁੰਦੀ ਆ ਕਿ ਮਾਸਟਰਾਂ ਨੂੰ, ਅਧਿਆਪਕਾਂ ਨੂੰ, ਟੀਚਰਾਂ ਨੂੰ ਖੁਸ਼ ਰੱਖਿਆ ਜਾਵੇ। ਉਹਦੀ ਵਜ੍ਹਾ ਸਰਕਾਰ ਦਾ ਹਰ ਫੈਸਲਾ ਰਾਜਨੀਤੀ ਨਾਲ ਜੁੜਿਆ ਹੋਇਆ, ਤੇ ਰਾਜਨੀਤੀ ਆਉਣ ਵਾਲੀਆਂ ਵੋਟਾਂ ਨਾਲ ਜੁੜੀ ਹੋਈ ਹੈ। ਤੇ ਇਸ ਕਰਕੇ ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ ਬਟਨ ਦੱਬ ਕੇ ਉਸ ਪੋਰਟਲ ਦੇ ਵਿੱਚ 19,900 ਦੇ ਕਰੀਬ ਜਿਹੜੀਆਂ ਬਦਲੀਆਂ ਉਹ ਕਰ ਦਿੱਤੀਆਂ। ਜੇ ਇਹਨੂੰ ਰਾਜਨੀਤੀ ਨਾਲ ਜੋੜ ਕੇ ਵੀ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਇੱਕ ਚੰਗਾ ਕਦਮ ਹੈ। ਇੱਕੋ ਵਾਰ ਬਦਲੀਆਂ ਹੋ ਗਈਆਂ, ਦੁਬਾਰਾ ਲਿਸਟਾਂ ਨਹੀਂ ਜਾਰੀ ਹੋਣਗੀਆਂ, ਭੱਜ ਦੌੜ ਨਹੀਂ ਰਹੇਗੀ। ਜਿਹੜਾ ਪੈਸੇ ਦਾ ਖੇਲ ਆ, ਹੁਣ ਮੈਂ ਉਹਦੇ ਬਾਰੇ ਕੁਝ ਸ਼ੋਰ ਜ਼ਾਹਿਰਾ ਤੌਰ ਤੇ ਨਹੀਂ ਕਹਿ ਸਕਦਾ ਕਿ ਹੋਇਆ ਕਿ ਨਹੀਂ ਹੋਇਆ, ਪਰ ਇੱਕ ਗੱਲ ਚੰਗੀ ਆ ਕਿ ਤੁਸੀਂ ਆਨਲਾਈਨ ਅਪਲਾਈ ਕੀਤਾ, ਕਿਤੇ ਤੁਸੀਂ ਐਪਲੀਕੇਸ਼ਨ ਲੈ ਕੇ ਨਹੀਂ ਗਏ, ਕਿਤੇ ਤੁਸੀਂ ਆਪਣੇ MLA ਕੋਲੋਂ ਰਿਕਮੈਂਡ ਨਹੀਂ ਕਰਾਈ, ਆਨਲਾਈਨ ਅਪਲਾਈ ਕੀਤਾ ਸੀ। 35,000 ਤੋਂ ਜ਼ਿਆਦਾ ਜਿਹੜੀਆਂ ਆ ਬਦਲੀਆਂ ਦੀਆਂ ਐਪਲੀਕੇਸ਼ਨ ਆਈਆਂ ਸੀ। ਕੁਝ 15,000 ਦੇ ਨੇੜੇ ਤੇੜੇ ਉਹਦੇ ਚੋਂ ਜਿਹੜੀਆਂ ਆ ਉਹ
ਗਲਤ ਪਾਈਆਂ ਗਈਆਂ। ਗਲਤ ਪਾਈਆਂ ਜਾਣ ਦਾ ਮਤਲਬ ਵੀ ਇਹ ਹੋਣਾ ਕਿ ਜਿੱਥੇ ਉਹ ਕਿਸੇ ਨੇ ਆਪਣੀ ਬਦਲੀ ਭਰੀ ਸੀ ਉੱਥੇ ਪੋਸਟ ਖਾਲੀ ਨਹੀਂ ਹੈ, ਜਾਂ ਜਿੱਥੋਂ ਉਹ ਬਦਲੀ ਕਰਾਉਣਾ ਚਾਹੁੰਦੇ ਆ ਉੱਥੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਆ ਸਿਚੁਏਸ਼ਨ ਸੀ, ਜੋ ਵੀ ਸਰਕਾਰ ਨੇ ਉਹਦੇ ਨਿਯਮ ਬਣਾਏ। ਪਰ ਜੇ ਉਸ ਤੋਂ ਥੋੜਾ ਜਿਹਾ ਪਿੱਛੇ ਆਪਾਂ ਝਾਤੀ ਮਾਰੀਏ, ਬਦਲੀਆਂ ਕਰ ਦਿੱਤੀਆਂ, ਚੰਗੀ ਗੱਲ ਆ। ਜੇ ਇੱਕ ਅਧਿਆਪਕ ਜਾਂ ਅਧਿਆਪਕਾ, ਬਹੁਤੀਆਂ ਫੀਮੇਲਸ ਵੀ ਸਾਡੀਆਂ ਇਸ ਜੌਬ ਦੇ ਵਿੱਚ ਨੇ, ਉਹ ਆਪਣੇ ਘਰ ਤੋਂ ਜੇ ਥੋੜੀਆਂ ਨੇੜੇ ਹੋਣ ਤੇ ਉਹਨਾਂ ਲਈ ਜਾਣਾ ਆਉਣਾ ਸੌਖਾ ਰਹੇਗਾ। ਪਰ ਜੇ ਅਸੀਂ ਓਵਰਆਲ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ, ਬਹੁਤ ਰੌਲਾ ਰਿਹਾ ਇਸ ਸਰਕਾਰ ਦਾ ਕਿ ਅਸੀਂ ਸਕੂਲ ਸਮਾਰਟ ਕੀਤੇ ਆ, ਅਸੀਂ ਸਕੂਲਾਂ ਨੂੰ ਹਾਈਟੈਕ ਕੀਤਾ ਹੈ, ਅਸੀਂ ਸਕੂਲਾਂ ਦੇ ਵਿੱਚ ਇੰਟਰਨੈਟ ਪਹੁੰਚਾਇਆ ਹੈ। ਪਰ ਜੋ ਹਾਲਾਤ ਨੇ ਉਹ ਬਹੁਤ ਚੰਗੇ ਨਹੀਂ ਨੇ। 12,000 ਦੇ ਕਰੀਬ ਪਿੰਡ ਨੇ ਪੰਜਾਬ 'ਚ ਤੇ 19,000 ਦੇ ਕਰੀਬ ਸਕੂਲ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਪਾ ਲਈਏ ਤਾਂ। ਕੋਈ 2,000 ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲ ਨੇ, 1,600 ਹਾਈ ਸਕੂਲ ਨੇ ਤੇ 12,000 ਦੇ ਕਰੀਬ ਜਿਹੜੇ ਨੇ ਪ੍ਰਾਇਮਰੀ ਸਕੂਲ ਨੇ। ਜੋ ਪਿੰਡਾਂ ਦੇ ਹਾਲਾਤ ਨੇ, ਬਹੁਤ ਘੱਟ ਵਿਦਿਆਰਥੀ ਨੇ ਉਹਨਾਂ ਸਕੂਲਾਂ ਦੇ ਵਿੱਚ। ਜਦੋਂ ਅਸੀਂ ਪ੍ਰਾਇਮਰੀ ਸਕੂਲ ਦੀ ਗੱਲ ਕਰਦੇ ਹਾਂ ਤੇ ਪ੍ਰਾਇਮਰੀ ਨੂੰ ਅਸੀਂ ਕਹਿੰਦੇ ਹਾਂ ਪਹਿਲੀ ਤੋਂ ਲੈ ਕੇ 5ਵੀਂ ਤੱਕ। ਹੁਣ ਇਹਦੇ ਵਿੱਚ ਇਹਨਾਂ ਨੇ ਪ੍ਰੀ ਵਿੰਗ ਵੀ ਸ਼ੁਰੂ ਕਰ ਦਿੱਤੇ ਸੀ। ਪਰ ਉਹ ਜਿਹੜੀ ਗੱਲ ਆ, ਜੇ ਅਸੀਂ ਉਹਨੂੰ ਦੇਖਿਆ ਜਾਈਏ ਤੇ ਬਹੁਤ ਸਾਰੇ ਸਕੂਲ, ਪਿਛਲੀ ਵਾਰ ਇੱਕ RTI ਦੀ ਇਨਫੋਰਮੇਸ਼ਨ ਦੱਸਦੀ ਸੀ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਜ਼ਿਲ੍ਹਾ ਇਹੋ ਜਿਹਾ ਨਹੀਂ ਹੈਗਾ ਜਿੱਥੇ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਹੋਵੇ। ਤੇ ਮੈਂ ਜ਼ਾਹਿਰਾ ਤੌਰ ਤੇ ਕਹਿ ਸਕਦਾ ਕਿ ਜੇ ਇਹ RTI 10 ਸਾਲ ਪੁਰਾਣੀ ਵੀ ਹੈ ਤਾਂ ਮੌਜੂਦਾ ਹਾਲਾਤ ਵੀ ਉਹੀ ਨੇ। ਸੋ ਬਦਲੀਆਂ ਹੋ ਗਈਆਂ, ਚੰਗੀ ਗੱਲ ਆ, ਪਰ ਉਹਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਦਾ ਕੁਝ ਬਹੁਤ ਵੱਡਾ ਸੁਧਾਰ ਹੋਵੇਗਾ, ਉਹਦੀ ਕੋਈ ਗੁੰਜਾਇਸ਼ ਨਹੀਂ। ਚਲੋ, ਇਸ ਵੇਲੇ ਇਸ ਪ੍ਰੋਗਰਾਮ 'ਚ ਇਸ ਮੁੱਦੇ ਤੇ ਗੱਲਬਾਤ ਕਰਨ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਵਿਚਾਰ ਚਰਚਾ ਪ੍ਰੋਗਰਾਮ 'ਚ ਵੇਲਾ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਜੀ, ਗੁੰਜਾਇਸ਼ ਪੂਰੀ ਹੈ ਪਹਿਲੇ ਮੁੱਦੇ ਵਾਲੀ ਵੀ ਸਕੂਲਾਂ ਦੀ ਆਪਾਂ ਗੱਲ ਕਰ ਰਹੇ ਸੀ। ਸਕੂਲ ਕਿੰਨੀਆਂ ਗਿਣਤੀ ਤੁਸੀਂ ਦੱਸ ਦਿੱਤੀ ਵੀ ਕਿੰਨੇ ਪਿੰਡਾਂ 'ਚ ਕਿੰਨੇ ਸਕੂਲ ਤੇ ਕਿੰਨੇ ਬੱਚੇ ਪੜ੍ਹਦੇ। ਬੱਚਿਆਂ ਦੀ ਗਿਣਤੀ ਮੈਂ ਨਹੀਂ ਕਰਨੀ, ਪਤਾ ਕਿਉਂ? ਕਿਉਂਕਿ ਜਿਹੜੇ ਸਰਕਾਰੀ ਸਕੂਲ ਹੈ ਨਾ, ਉਹਨਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਵਿੱਚ ਉਹ ਆਮ, ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਬੱਚੇ ਗਿਣਤੀ ਦੇ ਕੋਈ 94 ਹੋਣਗੇ। ਪਰ ਜਿਹੜੀਆਂ ਬਾਹਰਲੀਆਂ ਸਟੇਟਾਂ ਤੋਂ ਕਾਮੇ ਆਏ ਹੋਏ ਨੇ ਨਾ, ਉਹਨਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਨੇ। ਤੇ ਉਹ ਸਾਰਾ ਪ੍ਰਾਈਵੇਟ ਸਕੂਲ, ਸਰਕਾਰੀ ਸਕੂਲ, ਜਿੰਨੇ ਮਰਜ਼ੀ ਹਾਈਟੈਕ ਕਰ ਲਓ, ਹਾਈਟੈਕ ਸਕੂਲਾਂ ਦੇ ਵਿੱਚ ਜੇ ਤੁਹਾਡੇ ਆਪਣੇ ਬੱਚੇ ਨਹੀਂ ਨਾ ਪੜ੍ਹਦੇ ਅਫਸਰਾਂ ਦੇ, ਤਾਂ ਫਿਰ ਮੈਨੂੰ ਲੱਗਦਾ ਕਿ ਹਾਈਟੈਕ ਹੋਣ ਦਾ ਕੋਈ ਫਾਇਦਾ ਵੀ ਨਹੀਂ ਹੈ। ਬਿਲਕੁਲ ਠੀਕ ਹੈ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਬਦਲੀਆਂ ਹੋਣ ਨਾਲ ਸਕੂਲਾਂ ਦੇ ਹਾਲਾਤ ਜਿਹੜੇ ਆ ਉਹ ਬਦਲਣੇ ਨਹੀਂ। ਸਕੂਲਾਂ ਦੇ ਹਾਲਾਤ ਬਦਲਣ ਲਈ ਸਰਕਾਰ ਨੂੰ ਦ੍ਰਿੜ ਨਿਸ਼ਚਾ ਕਰਨਾ ਪਊਗਾ। ਸਰਕਾਰ ਨੂੰ ਪਹਿਲਾਂ ਆਪਣੇ ਦਿਮਾਗ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ ਤੇ ਆਪਣੀ ਪ੍ਰਾਇੋਰਟੀ ਦੀ ਲਿਸਟ ਦੇ ਵਿੱਚ ਸਿੱਖਿਆ ਨੂੰ ਸਭ ਤੋਂ ਉੱਪਰ ਲਿਖਣਾ ਪਊਗਾ। ਅਸੀਂ ਦੇਖਿਆ ਕਿ ਸਾਡੀਆਂ ਜਿਹੜੀਆਂ ਸਟੇਟ ਫੰਡਿੰਗ ਯੂਨੀਵਰਸਿਟੀਜ਼ ਆ, ਜਿਹੜੀਆਂ UGC ਤੋਂ ਰਿਕਗਨਾਈਜ਼ਡ ਯੂਨੀਵਰਸਿਟੀਜ਼ ਆ, ਸਰਕਾਰੀ ਯੂਨੀਵਰਸਿਟੀਆਂ, ਵੱਡੇ ਅਦਾਰੇ ਜਿਹੜੇ 50-50 ਸਾਲ ਤੋਂ 100-100 ਸਾਲ ਤੋਂ ਕੰਮ ਕਰ ਰਹੇ ਆ, ਉੱਥੇ ਰਿਸਰਚ ਦਾ ਕੀ ਹਾਲ ਹੈ? ਤੇ ਉਹੋ ਜਿਹਾ ਹੀ ਹਾਲ ਸਾਡੇ ਸਰਕਾਰੀ ਕਾਲਜਸ ਦਾ ਹੈ। ਤੇ ਉਹ ਤੋਂ ਥੋੜਾ ਜਿਹਾ ਬੱਤਰ ਹੀ ਨੇ ਕੁਝ ਹਾਲਾਤ ਜਿੱਦਾਂ ਦੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ। ਪਰ ਪਰਮਿੰਦਰ ਜੀ, ਇੱਕ ਗੱਲ ਹੋਰ ਵੀ ਆ। ਗੱਲ ਸਿਰਫ ਸਰਕਾਰੀ ਸਕੂਲਾਂ ਦੇ ਮਾੜੇ ਹਾਲਾਤਾਂ ਦੀ ਨਹੀਂ, ਪ੍ਰਾਈਵੇਟ ਸਕੂਲਾਂ ਦੇ ਹਾਲਾਤ ਵੀ ਕੋਈ ਬਹੁਤ ਚੰਗੇ ਨਹੀਂ। ਉੱਥੇ ਤਾਂ ਵੱਡੀ ਫੀਸ ਲੈਂਦੇ, ਮੋਟੀ ਰਕਮ ਹੁੰਦੀ ਹੈ, ਵਧੀਆ ਯੂਨੀਫਾਰਮਸ ਹੁੰਦੀਆਂ ਨੇ, ਆਵਾਜਾਈ ਲਈ ਵਧੀਆ ਬੱਸਾਂ ਨੇ, ਇਹ ਸਾਰਾ ਕੁਝ ਤਾਂ ਹੈਗਾ, ਤੇ ਫਿਰ ਉੱਥੇ ਵਧੀਆ ਕਿਉਂ ਨਹੀਂ? ਦੇਖੋ, ਜੇ ਤਾਂ ਤੁਸੀਂ ਸਿਰਫ ਔਰ ਸਿਰਫ ਬਿਲਡਿੰਗ ਕੰਸਟਰਕਸ਼ਨ ਨੂੰ, ਟਰਾਂਸਪੋਰਟ ਦੇ ਸਾਧਨਾਂ ਨੂੰ ਤੇ ਸਕੂਲ ਵਿੱਚ ਬਣੇ ਹੋਏ ਸਵਿਮਿੰਗ ਪੂਲ ਨੂੰ, ਸੋਹਣੀਆਂ ਵਰਦੀਆਂ ਨੂੰ ਤੇ ਸੋਹਣੇ AC ਲੱਗੇ ਹੋਏ ਨੂੰ ਹੀ ਐਜੂਕੇਸ਼ਨ ਕਹਿੰਦੇ ਆ, ਫਿਰ ਤੇ ਤੁਹਾਡੀ ਗੱਲ ਹੈਗੀ ਜਾਇਜ਼, ਬਿਲਕੁਲ ਠੀਕ ਹੈ। ਪਰ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਫਿਰ ਉੱਥੇ ਵੀ ਹਾਲਾਤ ਕਮੋ ਬੇਸ਼ ਉਹੋ ਜਿਹੇ ਹੀ ਨੇ। ਖਾਸ ਤੌਰ ਤੇ ਜਿਹੜੇ ਹਾਲਾਤ ਲੈਂਗੁਏਜ ਦੇ ਵਿੱਚ ਟੀਚਰਾਂ ਦੇ ਨੇ, ਪੰਜਾਬੀ ਜਿਹੜੇ ਪੜ੍ਹਾਉਣ ਵਾਲੇ ਮਾਸਟਰ ਨੇ ਜਾਂ ਅਧਿਆਪਕਾਵਾਂ ਨੇ, ਉਹਨਾਂ ਦੇ ਜਿਹੜੇ ਸਿਸਟਮ ਆ, ਉਹਨਾਂ ਦੀ ਜਿਹੜੀ ਪਕੜ ਆ ਆਪਣੀ ਭਾਸ਼ਾ ਦੇ ਉੱਤੇ, ਜਿਹੜੀ ਉਹ ਬਹੁਤ ਥੋਥੀ ਆ, ਕਿਉਂਕਿ ਉਹ ਵੀ ਇਹੋ ਜਿਹਾ ਹੀ ਸਿਸਟਮ ਚੋਂ ਪੜ੍ਹ ਕੇ ਆਏ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ। ਤੇ ਬਹੁਤ ਤੌਰ ਤੇ, ਜ਼ਾਹਿਰਾ ਤੌਰ ਤੇ ਜਿਹੜੇ ਅਧਿਆਪਕ ਆ ਉਹ ਆਪਣੀ ਫੀਲਡ ਦੇ ਵਿੱਚ ਅਪਡੇਟ ਨਹੀਂ ਰਹਿੰਦੇ। ਮੈਂ ਦਾਅਵੇ ਨਾਲ ਕਹਿ ਸਕਦਾ ਜੇ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਆਈਲੈਟ ਦਾ ਟੈਸਟ ਲੈ ਲਿਆ ਜਾਵੇ, ਜਿਹੜੇ ਅੰਗਰੇਜ਼ੀ ਪੜ੍ਹਾਉਂਦੇ ਨੇ, ਤੇ ਉਹ ਬਹੁਤੇ ਜਿਹੜੇ ਨੇ ਉਹ ਤੁਹਾਡੀ ਉਹਨਾਂ ਦੇ ਰਿਜ਼ਲਟ ਦੱਸ ਦੇਣਗੇ ਕਿ ਉਹ ਕਿਹੋ ਜਿਹੇ ਨੇ। ਨਹੀਂ, ਵੈਸੇ ਆਈਲੈਟ ਦੀ ਲੋੜ ਹੀ ਨਹੀਂ, ਪੰਜਾਬੀ ਦੀ ਗੱਲ ਹੀ ਕਰ ਲਓ। ਨਹੀਂ, ਮੈਂ ਅੰਗਰੇਜ਼ੀ ਦੀ ਗੱਲ ਕਰਦਾ ਸੀ, ਕਿਉਂਕਿ ਅਸੀਂ ਪ੍ਰਾਈਵੇਟ ਸਕੂਲਾਂ ਵੱਲ ਨੂੰ ਸਿਰਫ ਇਸੇ ਕਰਕੇ ਭੱਜਦੇ ਹਾਂ ਕਿ ਉੱਥੇ ਜਿਹੜਾ ਮੀਡੀਅਮ ਆਫ ਐਜੂਕੇਸ਼ਨ ਆ ਉਹ ਇੰਗਲਿਸ਼ ਹੈ। ਤੇ ਸਾਨੂੰ ਪੰਜਾਬੀਆਂ ਨੂੰ ਹੁਣ ਇਹੀ ਗੱਲ ਲੱਗਦੀ ਆ ਕਿ ਬੱਚਾ ਅੰਗਰੇਜ਼ੀ ਸਿੱਖ ਜਾਏ ਤੇ ਉਹ ਬਾਹਰ ਜਾਣ ਜੋਗਾ ਹੋ ਜਾਏਗਾ। ਵੈਸੇ ਵੀ ਕਿਤੇ ਨਾ ਕਿਤੇ ਅਸੀਂ ਆਪਣੀ ਭਾਸ਼ਾ ਨਾ ਬੋਲ ਕੇ ਹਿੰਦੀ ਬੋਲਣ ਨੂੰ ਤੇ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੰਦੇ ਹਾਂ। ਵੈਸੇ ਅੰਮ੍ਰਿਤ ਜੀ, ਵੈਸੇ ਗੱਲ ਕਰਨੀ ਬਣਦੀ ਹੈ ਕਿ ਇੱਕ ਮੈਂ ਫਿਲਮ ਦੇਖ ਰਹੀ, ਪੂਰੀ ਤਾਂ ਨਹੀਂ ਦੇਖੀ, ਪਰ ਉਹ ਇੱਕ ਸੀਨ ਜ਼ਰੂਰ ਦੇਖਿਆ ਸੀ, ਊੜਾ ਐੜਾ ਸ਼ਾਇਦ ਫਿਲਮ ਦਾ ਨਾਂ ਸੀ, ਤੇ ਬੜੀ ਸੋਹਣੀ ਉਹ ਅੰਗਰੇਜ਼ੀ ਮੀਡੀਅਮ 'ਚ ਆਪਣੇ ਅਨਪੜ੍ਹ ਮਾਂ-ਬਾਪ ਜਿਹੜੇ ਘੱਟ ਪੜ੍ਹੇ ਲਿਖੇ ਬੱਚੇ ਨੂੰ ਪੜ੍ਹਾਉਂਦੇ ਨੇ, ਤੇ ਉੱਥੇ ਸਕੂਲ ਦੇ ਬੱਚੇ ਕਹਿੰਦੇ ਨੇ
ਨੇ ਬਈ ਇਹਨਾਂ ਨਾਲ ਨਹੀਂ ਬੋਲਣਾ, ਇਹਨਾਂ ਨੂੰ ਤਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਫਿਰ ਪੇਰੈਂਟਸ ਵੀ ਓਬਜੈਕਸ਼ਨ ਕਰਨ ਲੱਗ ਪੈਂਦੇ ਕਿ ਇਹਨਾਂ ਦੀ ਸੰਗਤ ਦੇ ਨਾਲ ਸਾਡੇ ਬੱਚਿਆਂ ਤੇ ਵੀ ਅਸਰ ਪੈ ਰਿਹਾ ਤੇ ਉਹ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਫਿਰ ਜਦੋਂ ਸਟੇਜ ਤੇ ਖੜੇ ਹੋ ਕੇ ਆਪਣੇ ਮਤਲਬ ਵਿਚਾਰ ਸਾਂਝੇ ਕਰਦੇ ਨੇ ਨਾ, ਤੇ ਉਦੋਂ ਸਾਰੇ ਖੜੇ ਉੱਠ ਕੇ ਤਾੜੀਆਂ ਮਾਰਦੇ ਨੇ ਵੀ ਜੇ ਅਸੀਂ ਪੰਜਾਬੀ ਲੋਕ ਹੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਹੀਂ ਸੰਭਾਲਾਂਗੇ ਤੇ ਫਿਰ ਕੌਣ ਸੰਭਾਲੇਗਾ। ਇੱਥੇ ਮੈਂ ਤੁਹਾਡੀ ਗੱਲ ਨੂੰ ਜੇ ਕਿਸੇ ਇੱਕ ਹੋਰ ਗੱਲ ਨਾਲ ਜੋੜਾਂ, ਜਦੋਂ ਤੁਸੀਂ ਦੁਨੀਆ ਦੇ ਲੈਵਲ ਤੇ ਤਰੱਕੀ ਦੀ ਗੱਲ ਕਰਦੇ ਆ ਤੇ ਬਹੁਤ ਮੋਟੇ ਰੂਪ ਦੇ ਵਿੱਚ ਸਾਹਮਣੇ ਗੱਲ ਆਉਂਦੀ ਹੈ ਜਰਮਨ ਦੀ, ਜਾਪਾਨ ਦੀ ਤੇ ਚਾਈਨਾ ਦੀ ਜੀ। ਤੇ ਇਹ ਉਹ ਮੁਲਕ ਨੇ ਜਿਨ੍ਹਾਂ ਨੇ ਆਪਣੀ ਭਾਸ਼ਾ 'ਚ ਹੀ ਸਾਰੀ ਪੜ੍ਹਾਈ ਡਿਵੈਲਪ ਕੀਤੀ ਹੈ, ਚਾਹੇ ਉਹ ਟੈਕਨੋਲੋਜੀ ਦੀ ਆ, ਚਾਹੇ ਉਹ ਮੈਡੀਕਲ ਸਿੱਖਿਆ ਦੀ ਆ ਤੇ ਚਾਹੇ ਉਹ ਕੋਈ ਹੋਰ ਹੈ। ਸੋ ਗੱਲ ਤੁਹਾਡੀ ਬਿਲਕੁਲ ਦਰੁਸਤ ਆ ਕਿ ਇਹ ਸਾਇੰਸ ਨੇ, ਰਿਸਰਚ ਨੇ ਇਹ ਗੱਲ ਸਿੱਧ ਕੀਤੀ ਆ ਕਿ ਕੋਈ ਵੀ ਬੱਚਾ ਉਸ ਭਾਸ਼ਾ ਦੇ ਵਿੱਚ ਬਹੁਤ ਛੇਤੀ ਗੱਲ ਸਿੱਖ ਸਕਦਾ ਜਿਹੜੀ ਉਹਦੇ ਜਨਮ ਦੀ ਭਾਸ਼ਾ ਹੈ, ਜਿਹੜੀ ਉਹਦੀ ਮਾਂ ਦੀ ਭਾਸ਼ਾ ਹੈ। ਤੇ ਜੇ ਅਸੀਂ ਗੱਲ ਕਿਤੇ ਹੋਰ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਮਾਸਟਰਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਤੋਂ ਅਸੀਂ ਕਿਤੇ ਹੋਰ ਪਾਸੇ ਚਲੇ ਗਏ। ਨਹੀਂ, ਪਾਸਾ ਤਾਂ ਉਹੀ ਹੈ, ਬਸ ਉਹਦਾ ਦੂਜਾ ਪੰਨਾ ਅਸੀਂ ਪਲਟ ਲਿਆ। ਬਿਲਕੁਲ। ਤੇ ਜਿਹੜੀ ਬਦਲਾਵ ਦੀ ਗੱਲ ਆ, ਮੈਂ ਗੱਲ ਕਰਾਂ ਜੇ ਅਕਾਲੀ ਸਰਕਾਰ ਦੇ ਵੇਲੇ ਇਹਨਾਂ ਨੇ ਇੱਕ ਗੱਲ ਸ਼ੁਰੂ ਕੀਤੀ ਸੀ ਕਿ ਉਹ ਪ੍ਰਾਈਵੇਟ ਸਕੂਲ ਅਸੀਂ ਬੰਦ ਕਰ ਦੇਣੇ ਆ ਜਿਹੜੇ ਸ਼ਰਤਾਂ ਪੂਰੀਆਂ ਨਹੀਂ ਕਰਦੇ, ਜਿਨ੍ਹਾਂ ਕੋਲ ਜ਼ਮੀਨ ਘੱਟ ਹੈ ਜਾਂ ਇਨਫਰਾਸਟ੍ਰਕਚਰ ਘੱਟ ਹੈ। ਬੜਾ ਰੌਲਾ ਪਿਆ ਸੀ, ਹਜ਼ਾਰਾਂ ਦੀ ਗਿਣਤੀ ਉਹਨਾਂ ਸਕੂਲਾਂ ਦੀ ਨਿਕਲੀ ਸੀ ਜਿਹੜੇ ਛੋਟੀਆਂ ਥਾਵਾਂ ਤੇ ਚੱਲ ਰਹੇ ਨੇ, ਜਾਂ ਜਿਨ੍ਹਾਂ ਕੋਲ ਟਰਾਂਸਪੋਰਟ ਦੇ ਸਾਧਨ ਨਹੀਂ, ਜਾਂ ਜਿਨ੍ਹਾਂ ਕੋਲ ਗਰਾਊਂਡ ਨਹੀਂ ਹੈ, ਲੈਬੋਰਟਰੀਆਂ ਨਹੀਂ ਹਨ। ਪਰ ਉਹ ਹੋਇਆ ਕਿ ਉਸ ਤੋਂ ਬਾਅਦ ਅਕਾਲੀ ਦਲ ਦੀ ਦੂਸਰੀ ਸਰਕਾਰ ਵੀ ਲੰਘ ਗਈ ਤੇ ਇਸ ਸਰਕਾਰ ਦੇ ਵੀ 4 ਸਾਲ ਲੰਘ ਗਏ। ਹਰ ਸਾਲ ਉਹਨਾਂ ਨੂੰ 1 ਸਾਲ ਦਾ ਹੋਰ ਟਾਈਮ ਦੇ ਦਿੱਤਾ ਜਾਂਦਾ, ਜਿੱਦਾਂ ਸਾਡੇ ਸੰਵਿਧਾਨ 'ਚ 10 ਸਾਲ ਬਾਅਦ ਰਿਜ਼ਰਵੇਸ਼ਨ ਦੇ ਦਿੱਤੀ ਜਾਂਦੀ ਹੈ। ਹਰ ਵਾਰ ਅਧਿਆਪਕ ਜਿਹੜੇ ਤੁਹਾਡੇ MLAs ਤੇ ਮਿਨਿਸਟਰਸ ਨੇ ਤੇ MPs ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਂਦੀਆਂ। ਇੱਦਾਂ ਹੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਸਕੂਲਾਂ ਨੂੰ ਵੀ ਹਰ ਸਾਲ 1 ਸਾਲ ਦਾ ਸਮਾਂ ਦੇ ਦਿੱਤਾ ਜਾਂਦਾ। ਸਮਾਂ ਜ਼ਰੂਰ 1 ਸਾਲ ਦਾ ਦੇਣਾ ਚਾਹੀਦਾ, ਕਿਉਂਕਿ ਜਿਹੜੇ ਬੱਚੇ ਐਡਮਿਸ਼ਨ ਲੈ ਚੁੱਕੇ ਆ ਉਹਨਾਂ ਨੂੰ 1 ਸਾਲ ਪੜ੍ਹਾ ਲਿਆ ਜਾਵੇ, ਪਰ ਉਹ 1 ਸਾਲ ਹਰ ਸਾਲ ਫਿਰ ਨਵੀਂ ਵਾਰ ਨਹੀਂ ਵੱਧ ਜਾਣਾ ਚਾਹੀਦਾ। ਸੋ ਜੇ ਐਜੂਕੇਸ਼ਨ ਦਾ ਸੁਧਾਰ ਕਰਨਾ ਤੇ ਉਹਦੇ ਲਈ ਬਹੁਤ ਸਾਰੇ ਤਰੀਕੇ ਨੇ, ਬਹੁਤ ਸਾਰੇ ਕੰਮ ਨੇ, ਪਰ ਗੱਲ ਸਿਰਫ ਠੋਸ ਇੱਛਾ ਸ਼ਕਤੀ ਦੀ ਜੀ। ਤੇ ਪੜ੍ਹਾਈ ਲਿਖਾਈ ਤੋਂ ਥੋੜਾ ਜਿਹਾ ਪਾਸੇ ਹਟੀਏ, ਸਿਆਸਤ ਵੱਲ ਪਰਤਦੇ ਹਾਂ। ਵੈਸੇ ਸਿਆਸਤ ਵਿੱਚ ਸਿੱਖਿਆ ਰਲ ਗਈ ਸੀ ਜੀ, ਤੇ ਉਹਦਾ ਪਹਿਲੂ ਵੀ ਕਾਫੀ ਅਹਿਮ ਹੈ। ਬਿਲਕੁਲ। ਇਸ ਵੇਲੇ ਪੀਕੇ ਜਿਹੜੇ ਨੇ, ਪੀਕੇ MLA ਨੂੰ ਸੱਦ ਕੇ ਉਹਨਾਂ ਦੀ ਕਲਾਸ ਲਗਾ ਰਹੇ ਨੇ। ਕਲਾਸ ਲੱਗ ਰਹੀ ਹੈ ਕਿ ਉਹਨਾਂ ਨੂੰ ਕੁਝ ਸਮਝਾਇਆ ਜਾ ਰਿਹਾ? ਇਹ ਪੀਕੇ ਮੈਨੂੰ ਤਾਂ ਤੁਹਾਡੀ ਫਿਲਮ ਯਾਦ ਆ ਗਈ ਸੀ ਅਮੀਰ ਖਾਨ ਵਾਲੀ। ਨਹੀਂ, ਵੈਸੇ ਮੇਰੀ ਨਹੀਂ, ਉਹ ਆਮਿਰ ਖਾਨ ਦੀ ਫਿਲਮ ਜਿਹਨੂੰ ਕੱਲ ਕਰੋਨਾ ਹੋ ਗਿਆ। ਅੱਛਾ, ਚਲੋ ਅਮੀਰ ਖਾਨ ਦੇ ਕਰੋਨੇ ਤੋਂ ਬਾਅਦ ਪੀਕੇ ਦੀ ਗੱਲ ਕਰੀਏ। ਇਹ ਪੀਕੇ ਬਹੁਤ ਮਸ਼ਹੂਰ ਹੋਏ ਨੇ ਜੀ ਪਿਛਲੇ 10 ਕੁ ਸਾਲਾਂ ਤੋਂ। ਪ੍ਰਸ਼ਾਂਤ ਕਿਸ਼ੋਰ ਇਹਨਾਂ ਦਾ ਨਾਮ ਹੈ। ਕਿਤੋਂ ਨਾ ਕਿਤੋਂ ਸ਼ਾਇਦ ਬਿਹਾਰ ਤੋਂ ਨੇ, UNO 'ਚ ਕੰਮ ਕਰਦੇ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਜਦੋਂ ਉੱਥੇ ਗੁਜਰਾਤ ਦੇ ਵਿੱਚ CM ਸੀ ਤੇ ਇਹਨਾਂ ਨੂੰ ਇੱਕ ਰਣਨੀਤੀਕਾਰ ਦੇ ਤੌਰ ਤੇ ਲੈ ਕੇ ਆਏ ਸੀ। ਇੱਕ ਨਵੀਂ ਤਰ੍ਹਾਂ ਦਾ ਉਦੇ ਆ ਭਾਰਤ ਦੀ ਸਿਆਸਤ ਦੇ ਵਿੱਚ। ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਦੇ ਕਿ ਸਿਆਸਤਦਾਨ ਜਿਹੜੇ ਆ ਉਹ ਵੱਡੇ ਰਣਨੀਤੀਕਾਰ ਹੁੰਦੇ ਆ, ਪਰ ਹੁਣ ਇਹਨਾਂ ਨੂੰ ਵੀ ਰਣਨੀਤੀਕਾਰਾਂ ਦੀ ਲੋੜ ਪੈਂਦੀ ਹੈ। ਤੋ ਜਦੋਂ ਅਸੀਂ ਕਹਿੰਦੇ ਆ ਕਿ ਸਿਆਸਤਦਾਨਾਂ ਨੂੰ ਵੀ ਕੋਈ ਬੰਦਾ ਸਿਖਾ ਰਿਹਾ ਜਾਂ ਸਿਆਸਤਦਾਨਾਂ ਦੀ ਵੀ ਕੋਈ ਕਲਾਸ ਲੈ ਰਿਹਾ, ਤੇ ਅਤੀਤ ਦੇ ਵਿੱਚ ਇਹ ਕੰਮ ਕਿਤੇ ਨਾ ਕਿਤੇ ਧਾਰਮਿਕ ਗੁਰੂ ਜਾਂ ਤਾਂਤਰਿਕ ਚੰਦਰਾ ਸਵਾਮੀ ਵਰਗੇ ਲੋਕ ਕਰਦੇ ਰਹੇ ਨੇ, ਪਰ ਹੁਣ ਇਹ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਹੈ। ਪੀਕੇ ਪ੍ਰਸ਼ਾਂਤ ਕਿਸ਼ੋਰ ਥੋੜੀ ਹੀ ਉਮਰ ਦੇ ਨੇ, ਯੰਗ ਨੇ, ਤੇ ਉਹ ਪਾਸਾ ਵੀ ਬਦਲਦੇ ਰਹਿੰਦੇ ਨੇ। ਕਦੀ ਕਿਸੇ ਪਾਰਟੀ ਦੇ ਸਲਾਹਕਾਰ ਬਣਦੇ ਨੇ, ਕਦੀ ਕਿਸੇ ਪਾਰਟੀ ਦੇ ਸਲਾਹਕਾਰ ਬਣਦੇ ਨੇ। ਜਿਹਦੇ ਵੀ ਸਲਾਹਕਾਰ ਬਣਦੇ ਨੇ ਸੁਰਖੀਆਂ 'ਚ ਰਹਿੰਦੇ ਨੇ। ਹਰ ਅਖਬਾਰ ਦੇ ਪਹਿਲੇ ਦੂਜੇ ਪੰਨੇ ਤੇ ਉਹਨਾਂ ਦੀ ਫੋਟੋ ਵੀ ਛਪਦੀ ਆ, ਉਹਨਾਂ ਦੀਆਂ ਸਲਾਹਾਂ ਵੀ ਛਪਦੀਆਂ ਨੇ, ਤੇ ਉਹ 7-8-0 ਵਾਲੀ ਰਕਮ ਵੀ ਛਪਦੀ ਆ ਜਿੰਨੀ ਉਹਨਾਂ ਨੇ ਸਰਕਾਰ ਤੋਂ ਲਈ ਹੁੰਦੀ ਹੈ। ਤੇ ਕਈਆਂ ਤੋਂ ਤਾਂ ਫਿਰ ਉਹ ਪ੍ਰਿੰਸੀਪਲ ਸੈਕਟਰੀ MLA ਵਾਲਾ ਨਹੀਂ, ਮਿਨਿਸਟਰ ਵਾਲਾ, ਮਿਨਿਸਟਰ ਆਫ ਦਾ ਸਟੇਟ ਵਾਲਾ ਅਹੁਦਾ ਵੀ ਮਾਣਦੇ ਨੇ। ਤਨਖਾਹ ਭਾਵੇਂ ਨਹੀਂ ਲੈਂਦੇ, ਪਰ ਉਹਨਾਂ ਨੂੰ ਇੱਕ ਜਿਹੜਾ ਸੰਵਿਧਾਨਕ ਅਹੁਦਾ ਜਿਹੜਾ ਆ ਉਸ ਸਰਕਾਰ ਦੇ ਵਿੱਚ ਮਿਲਦਾ। ਪਿਛਲੀ ਵਾਰ ਵੀ ਉਹ ਇਸ ਸਰਕਾਰ ਦਾ, ਪੰਜਾਬ ਸਰਕਾਰ ਦੇ ਤਾਰਨਹਾਰ ਬਣੇ ਸੀ ਜਦੋਂ ਅਕਾਲੀ ਦਲ 2 ਵਾਰ ਸਰਕਾਰ ਬਣਾ ਚੁੱਕੀ ਸੀ। ਰੇਤ ਮਾਫੀਆ ਤੇ ਤੁਹਾਡਾ ਨਸ਼ਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ, ਬੇਅਦਬੀ ਕਾਂਡ ਨੇ ਅਕਾਲੀ ਸਰਕਾਰ ਨੂੰ ਬਹੁਤ ਢਾਹ ਲਾਈ ਸੀ। ਉਸ ਤੋਂ ਬਾਅਦ ਕੈਪਟਨ ਸਾਹਿਬ ਨੂੰ ਲੱਗਦਾ ਸੀ ਕਿ ਜੇ ਸਰਕਾਰ ਬਣਾਉਣੀ ਆ ਤੇ ਮੈਨੂੰ ਚੰਗੀ ਰਣਨੀਤੀ ਬਣਾਉਣੀ ਪਊਗੀ। ਫਿਰ ਉਹਨਾਂ ਨੂੰ ਪੀਕੇ ਦਾ ਖਿਆਲ ਆਇਆ ਤੇ ਉਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਦੱਸੀਆਂ ਵੀ ਸੀ, ਘਰ ਘਰ ਰੁਜ਼ਗਾਰ, ਕਰਜ਼ਾ ਮਾਫੀ, ਤੇ ਕੁਝ ਇਹੋ ਜਿਹੇ ਸ਼ੋਸ਼ੇ, ਕੁਝ ਇਹੋ ਜਿਹੇ ਸ਼ਗੂਫੇ, ਕੁਝ ਇਹੋ ਜਿਹੇ ਲੋਕ ਲੁਭਾਵਣੀਆਂ ਗੱਲਾਂ ਪੀਕੇ ਨੇ ਕੀਤੀਆਂ ਸੀ ਜਿਨ੍ਹਾਂ ਨੂੰ ਲੈ ਕੇ ਕੈਪਟਨ ਸਾਹਿਬ ਦਾ ਬੇੜਾ ਪਾਰ ਹੋ ਗਿਆ ਸੀ। ਤੇ 4 ਸਾਲ ਉਹਨਾਂ ਦੇ ਲੰਘ ਗਏ ਨੇ, ਤੇ 5ਵੇਂ ਸਾਲ 'ਚ ਵੀ ਮਹੀਨੇ ਥੋੜੇ ਰਹਿ ਗਏ ਨੇ। ਹੁਣ ਜੇ ਆਪਾਂ ਮਹੀਨਿਆਂ ਦੀ ਗੱਲ ਕਰੀਏ ਤੇ 8-10 ਮਹੀਨੇ ਨੇ। ਫਰਵਰੀ 'ਚ ਇਲੈਕਸ਼ਨਸ ਪੈਂਡਿੰਗ ਨੇ ਤੇ ਮੈਨੂੰ ਲੱਗਦਾ ਔਨ ਟਾਈਮ ਹੋ ਜਾਣੀਆਂ। ਉਹਨੂੰ ਲੈ ਕੇ ਅਸੀਂ ਵੀ ਪ੍ਰੋਗਰਾਮਾਂ 'ਚ ਇਲੈਕਸ਼ਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਸਿਆਸਤ ਤੇ ਹਰ ਜਗ੍ਹਾ ਹੈ। ਤੇ ਹੁਣ ਕੱਲ੍ਹ ਦੀ ਖਬਰ ਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਰਿਹਾਇਸ਼ ਦੀ ਇੱਕ ਕੋਠੀ ਉਹਨਾਂ ਨੂੰ ਮਿਲੀ ਹੋਈ ਹੈ, ਜਿੱਥੇ ਕਦੇ ਸੁਖਬੀਰ ਸਿੰਘ ਦਾ
ਨਿਵਾਸ ਹੁੰਦਾ ਸੀ ਜਦੋਂ ਉਹ ਡਿਪਟੀ ਸੀਐਮ ਸੀ, ਜੀ ਤੇ ਉੱਥੇ ਉਹਨਾਂ ਨੇ 37 ਪੰਜਾਬ ਦੇ ਉਹ ਵਿਧਾਇਕ ਸੱਦੇ ਜਿਹੜੇ ਪਹਿਲੀ ਵਾਰ ਐਮਐਲਏ ਬਣੇ ਸੀ। ਜੀ ਤੇ ਉਹਨਾਂ ਨੇ ਇਹ ਸਿੱਧੀ ਜਾਣਕਾਰੀ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ ਆ, ਪੰਜਾਬ ਦੀ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ ਆ ਕਿ ਅਗਲੀ ਰਣਨੀਤੀ ਜਿਹੜੀ ਬਣਾਉਣੀ ਹੈ ਇਹਨਾਂ ਬੰਦਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਣਾਈ ਜਾਊਗੀ। ਤੇ ਜੋ ਹੁਣ ਤੱਕ ਸਾਹਮਣੇ ਆਇਆ, ਅਸੀਂ ਉਸ ਮੀਟਿੰਗ 'ਚ ਦਾ ਹਿੱਸਾ ਤਾਂ ਨਹੀਂ ਸੀ ਤੇ ਹਾਲੇ ਤੱਕ ਕਿਸੇ ਐਮਐਲਏ ਸਾਹਿਬ ਨਾਲ ਗੱਲ ਵੀ ਨਹੀਂ ਹੋਈ ਕਿ ਕੱਲ ਉੱਥੇ ਕੀ ਹੋਇਆ, ਪਰ ਜੋ ਅਖਬਾਰਾਂ ਦੱਸਦੀਆਂ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਆਪਣੇ 4 ਸਾਲ ਦੇ ਕਾਰਜਕਾਰੀ ਬਾਰੇ ਦੱਸੋ, ਕਿਵੇਂ ਦਾ ਤੁਹਾਨੂੰ ਲੱਗਿਆ, ਕਿਵੇਂ ਦੀਆਂ ਸਮੱਸਿਆਵਾਂ ਆਈਆਂ, ਕਿਵੇਂ ਦੇ ਵਾਅਦੇ ਤੁਸੀਂ ਕੀਤੇ ਸੀ ਪਿਛਲੀ ਸਰਕਾਰ ਬਣਾਉਣ ਵੇਲੇ ਅਸੀਂ, ਤੇ ਕਿੰਨੇ ਕੋ ਪੂਰੇ ਹੋਏ, ਤੇ ਕਿਵੇਂ ਦਾ ਤੁਹਾਨੂੰ ਲੋਕਾਂ ਤੋਂ ਫੀਡਬੈਕ ਮਿਲਿਆ। ਪਰ ਜੋ ਚਰਚਾ ਆ, ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਵਿਧਾਇਕ ਉੱਥੇ ਮਨ ਕੀ ਬਾਤ ਦੱਸਣ ਲਈ ਖੜਾ ਹੋਇਆ। ਛੋਟੀਆਂ ਗੱਲਾਂ ਜ਼ਰੂਰ ਉਹਨਾਂ ਨੇ ਦੱਸੀਆਂ। ਵਜ੍ਹਾ ਉਹੀ ਆ ਕਿ ਜੇ ਠੀਕ ਠਾਕ ਰਹਿਣਗੇ, ਥੋੜੀ ਬਹੁਤੀ ਗੱਲ ਜੇ ਕੋਈ ਦੱਸਣੀ ਵੀ ਆ ਤੇ ਉਹ ਕਨੈਣ ਨੂੰ ਗੁੜ 'ਚ ਲਪੇਟ ਕੇ ਕਰਨ ਵਾਲੀ ਗੱਲ ਹੋਣੀ ਆ, ਕਿਉਂਕਿ ਟਿਕਟ ਵੀ ਲੈਣੀ ਆ। ਤੇ PK ਇਹ ਸਿਫਾਰਿਸ਼ ਪਹਿਲਾਂ ਕਰ ਚੁੱਕੇ ਆ ਕਿ ਅਸੀਂ 50 ਤੋਂ ਵੱਧ ਨਵੇਂ ਚਿਹਰੇ ਉਤਾਰਨੇ। ਹਾਲਾਂਕਿ ਇਹ ਨਵੇਂ ਉਤਾਰਨੇ ਕਿ ਨਹੀਂ ਉਤਾਰਨੇ, ਕੈਪਟਨ ਸਾਹਿਬ ਤੇ ਨਾਲ ਉਹਨਾਂ ਦੀਆਂ ਮੀਟਿੰਗਸ ਹੋਵੇਗੀ ਜਾਂ ਹਾਈ ਕਮਾਂਡ ਦਾ ਵੀ ਕੁਝ ਦਖਲਅੰਦਾਜ਼ੀ ਹੋਵੇਗੀ। ਪਰ 37 ਦੇ ਵਿੱਚੋਂ 5-6 ਬੰਦੇ ਜਿਹੜੇ ਸੀ ਉਹ ਨਹੀਂ ਉੱਥੇ ਪਹੁੰਚ ਸਕੇ MLAs। ਬਾਕੀਆਂ ਨਾਲ ਗੱਲ ਹੋਈ, ਬਹੁਤਿਆਂ ਨੇ ਦੱਸਿਆ ਕਿ ਸਾਡੀ ਬੀਇੰਗ ਐਨ MLA ਮੰਤਰੀਆਂ ਨਾਲ ਜਾਂ ਅਫਸਰਾਂ ਨਾਲ ਕੋਈ ਜਿਹੜਾ ਰਾਬਤਾ ਆ ਉਹ ਬਹੁਤ ਚੰਗਾ ਨਹੀਂ ਰਹਿੰਦਾ। ਸਾਡੀ ਗੱਲ ਜਿਹੜੀ ਆ ਉਹ MLA ਬੀਇੰਗ ਐਨ MLA ਆਪਣੇ ਹਲਕੇ ਦੀ ਜਦੋਂ ਅਸੀਂ ਗੱਲ ਕਿਸੇ ਮਿਨਿਸਟਰ ਨਾਲ ਕੋਈ ਮੁੱਦਾ ਲੈ ਕੇ ਜਾਂਦੇ ਹਾਂ ਤੇ ਉਹ ਨਹੀਂ ਸੁਣਿਆ ਜਾਂਦਾ। ਤੇ ਅਸੀਂ 4 ਸਾਲ ਤੋਂ ਪੰਜਾਬ ਦੇ ਵਿੱਚ ਰਹਿ ਕੇ ਦੇਖਿਆ ਹੀ ਆ ਕਿ ਅਕਾਲੀ ਕਾਂਗਰਸੀ ਜਿਹੜੇ ਮੁੱਦੇ ਸੀ ਉਹ ਲਟਕਦੇ ਰਹੇ ਆ। ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਬਣਾਈ ਸੀ ਉਹ ਜਿਹੜੀਆਂ ਚੀਜ਼ਾਂ ਹਾਲੇ ਵੀ ਉੱਥੇ ਹੀ ਨੇ। ਉਹ ਰੇਤਾ ਢੋਣ ਵਾਲੀਆਂ ਗੱਡੀਆਂ ਉਹੀ ਨੇ, ਉਹਨਾਂ ਦੇ ਮਾਲਕ ਵੀ ਉਹੀ ਨੇ, ਸਿਰਫ ਨਾਮ ਬਦਲੇ ਨੇ। ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ PK ਨੇ ਉਸ ਨਬਜ਼ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਆ। 37 ਤੋਂ 31 ਨਾਲ ਮੁਲਾਕਾਤ ਹੋਈ ਆ, ਫਿਰ 3-3 ਦੇ ਗਰੁੱਪ 'ਚ ਵੀ ਗੱਲ ਕੀਤੀ ਆ, ਉਸ ਤੋਂ ਬਾਅਦ 1-to-1 ਮੀਟਿੰਗ ਵੀ ਕੀਤੀ ਆ। ਉਹਦੇ ਨਾਲ ਸਾਹਮਣੇ ਕੀ ਆਊਗਾ ਉਹ ਦੇਖਣ ਵਾਲੀ ਗੱਲ ਆ, ਆਉਣ ਵਾਲਾ ਸਮਾਂ ਦੱਸੂਗਾ। ਪਰ ਸਾਡੇ ਲਈ ਇਹ ਬਿਲਕੁਲ ਵਧੀਆ ਨਵੀਂ ਇੱਕ ਗੱਲ ਆ ਕਿ ਬਹੁਤ ਸਾਰੇ ਬੰਦੇ ਜਾਂ ਸਾਡੇ ਵਰਗੇ ਜਾਂ ਕੁਝ ਜਿਹੜੇ ਬੰਦੇ ਪੋਲੀਟੀਕਲ ਨੌਲੇਜ ਰੱਖਦੇ ਨੇ ਉਹਨਾਂ ਲਈ ਇੱਕ ਨਵੀਂ ਜੌਬ ਵੀ ਹੋ ਸਕਦੀ ਹੈ, ਉਹ ਕਿਤੇ ਨਵੇਂ PK ਬਣ ਸਕਦੇ। PK ਡਾਕਟਰ ਸਾਹਿਬ ਚੰਗੇ ਸਾਬਤ ਹੁੰਦੇ ਕਿ ਨਹੀਂ ਇਹ ਤਾਂ ਹਜੇ ਸਮਾਂ ਦੱਸੇਗਾ। ਪਰ ਇਸ ਵੇਲੇ ਇਸ ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਵਿਚਾਰ ਕਰਾਂਗੇ। ਪਰ ਇਸ ਵੇਲੇ ਲੈਂਦੇ ਹਾਂ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਜੀ, ਆਪਾਂ ਮੁੱਦੇ ਤੇ ਗੱਲ ਕਰ ਰਹੇ ਸੀ, PK ਨੇ ਤੇ ਤਿਆਰੀ ਖਿੱਚ ਲਈ ਹੈ ਕਿ ਕੈਪਟਨ ਦੀ ਬੇੜੀ ਪਾਰ ਲਾਉਣ ਦੀ। ਪਰ ਪੰਜਾਬ ਕਾਂਗਰਸ ਹਾਲੇ ਤੱਕ ਆਪਣਾ ਪੁਨਰ ਗਠਨ ਕਰਨ ਦਾ ਵਿੱਚ ਰੌਲਾ ਜਿਹਾ ਪੈਂਦਾ ਸੀ, ਤੇ ਉਹ ਰੌਲਾ ਕਿੱਥੇ ਪਹੁੰਚਿਆ ਉਹਦੇ ਬਾਰੇ ਦੱਸੋ। ਉਹ ਰੌਲੇ ਦੇ ਵਿੱਚ 2-3 ਗੱਲਾਂ ਨੇ ਜੀ। ਇੱਕ ਤੇ ਸਿੱਧੂ ਸਾਹਿਬ ਦਾ ਕਿਤੇ ਨਾ ਕਿਤੇ ਗੋਟੀ ਫਿੱਟ ਨਹੀਂ ਹੋ ਰਹੀ, ਹੋਇਆ ਸੀਆਂ ਗਰਾਰੀਆਂ ਉਖੜੀਆਂ ਇਹਨਾਂ ਦੀਆਂ ਤੇ ਉਹ ਹਾਲੇ ਤੱਕ ਕਿਤੇ ਫਿੱਟ ਨਹੀਂ ਆ ਰਹੇ। ਸਿੱਧੂ ਸਾਹਿਬ ਜੋ ਚਾਹੁੰਦੇ ਆ ਉਹ ਕੈਪਟਨ ਸਾਹਿਬ ਉਹਨਾਂ ਨੂੰ ਦੇ ਕੇ ਰਾਜੀ ਨਹੀਂ। ਹਾਈ ਕਮਾਂਡ ਚਾਹੁੰਦੀ ਆ ਕਿ ਇਹਨਾਂ ਦਾ ਮਿਲਵਰਤਨ ਕਿਤੇ ਹੋ ਜਾਏ, ਤੇ ਹੁਣ ਹਰੀਸ਼ ਰਾਵਤ ਜੀ ਨੂੰ ਵੀ ਕਰੋਨਾ ਹੋ ਗਿਆ। ਜਾਖੜ ਸਾਹਿਬ ਚਾਹੁੰਦੇ ਆ ਕਿ ਪੁਨਰ ਗਠਨ ਕਰ ਲਈਏ ਤੇ ਜਿਹੜੀ ਪਾਰਟੀ ਆ ਉਹ ਪੈਰਾਂ ਸਿਰ ਆ ਜਾਵੇ, ਇਲੈਕਸ਼ਨ ਲਈ ਦੌੜਨ ਲਈ ਤਿਆਰ ਹੋ ਜਾਵੇ। ਹਾਲਾਂਕਿ ਇੱਕ ਦੂਜੀ ਜਿਹੜੀ ਗੱਲ ਆ ਇਸ ਕੰਮ ਦੇ ਦੇਰੀ ਹੋਣ ਦੀ ਉਹ ਇਹ ਵੀ ਆ ਕਿ ਵਿਰੋਧੀ ਧਿਰ ਜਿਹੜੀ ਆ ਉਹ ਤੋਂ ਸਰਕਾਰ ਨੂੰ ਕੋਈ ਬਹੁਤਾ ਖਤਰਾ ਨਹੀਂ ਜਾਪਦਾ, ਕਿਉਂਕਿ ਆਪ ਵੀ ਖਿਲਰੀ ਹੋਈ ਆ ਤੇ ਅਕਾਲੀ ਦਲ ਨੂੰ ਹਾਲੇ ਤੱਕ ਉਹ ਪਿਛਲੇ ਵਾਰ ਵਾਲੀਆਂ ਸੱਟਾਂ ਵੀ ਨਹੀਂ ਭੁੱਲੀਆਂ। ਤੇ ਜਿਹੜਾ ਇਸ ਵਾਰ ਦਾ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਦੇ MP ਹੋਣ ਦਾ ਰੌਲਾ ਸੀ ਉਹ ਵੀ ਹਾਲੇ ਤੱਕ ਮੌਜੂਦ ਆ। ਤੇ ਕਿਤੇ ਨਾ ਕਿਤੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ ਆ ਬਰਗਾੜੀ ਕਾਂਡ ਤੇ ਦੂਜੇ ਵਾਲੇ ਘਟਨਾ ਦੇ ਉੱਤੇ, ਉਹ ਜਿਹੜੀ ਆ ਹਾਲੇ ਤੱਕ ਵੀ ਇਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਉਹਦੇ ਤੇ ਵੀ ਹੋਵੇਗਾ। ਸੁਗ ਬਗਾਹਟ ਜਾਂ ਸੂਹਾਂ ਇਹ ਵੀ ਨੇ ਕਿ ਉਹਦੇ ਤੇ ਵੱਡੀ ਕਾਰਵਾਈ ਜਿਹੜੀ ਹੋਵੇਗੀ, ਤੇ ਉਹ ਜਿਹੜੀ ਆ ਉਸ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਪੁਨਰ ਗਠਨ ਹਾਲੇ ਲਟਕਿਆ ਹੋਇਆ। ਦੇਖੋ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਚਲੋ ਇਸ ਵੇਲੇ ਉਹਦਾ ਤਾਂ ਪਤਾ ਨਹੀਂ ਜੀ, ਪਰ ਦੀਦੀ ਔਰ ਦਾਦਾ ਦੀ ਲੜਾਈ ਦਾ ਕੀ ਬਣੇਗਾ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ। ਬੰਗਾਲ ਇਲੈਕਸ਼ਨ ਦੀ ਤੁਸੀਂ ਗੱਲ ਕਰਦੇ ਆ, ਇਲੈਕਸ਼ਨ ਦਾ ਦੌਰ ਭਾਰਤ 'ਚ ਕਿਤੇ ਨਾ ਕਿਤੇ ਚੱਲਦਾ ਹੀ ਰਹਿੰਦਾ। ਇਹ ਬਹੁਤ ਦਿਨਾਂ ਤੋਂ ਗੱਲ ਲਟਕ ਰਹੀ ਆ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕੌਣ ਉੱਥੇ ਜ਼ਿਆਦਤੀ ਕਰ ਰਿਹਾ, ਕੌਣ ਉੱਥੇ ਵਿਚਾਰਗੀ ਵਾਲੀ ਹਾਲਾਤ ਦੇ ਵਿੱਚ ਆ, ਕਿਹਦੀ ਪਾਰਟੀ ਦੇ ਲੋਕ ਕਿੱਧਰ ਜਾ ਰਹੇ ਆ, ਕੌਣ ਕਿੱਧਰ ਜਾ ਰਿਹਾ। ਪਰ ਅੰਤ ਨੂੰ ਗੱਲ ਇਹ ਆ ਕਿ ਅੱਜ ਤੋਂ ਜਿਹੜਾ ਪ੍ਰਚਾਰ ਆ ਉਹ ਰੁਕ ਜਾਣਾ ਆ। ਪਹਿਲੀਆਂ 30 ਸੀਟਾਂ ਲਈ 27 ਤਰੀਕ ਨੂੰ ਵੋਟਾਂ ਪੈਣੀਆਂ ਆ, 8 ਹਿੱਸਿਆਂ 'ਚ ਵੋਟਾਂ ਪੈਣੀਆਂ। ਤੇ ਦੀਦੀ ਤੇ ਦਾਦਾ ਦੀ ਜਿਹੜੀ ਜੰਗ ਸੀ ਉਹ ਪਹਿਲਾਂ ਚੋਣ ਪ੍ਰਚਾਰ 'ਚ ਸੀ ਤੇ ਹੁਣ ਉਹ ਵੋਟਾਂ ਲਈ ਜੰਗ ਜਿਹੜੀ ਆ ਸ਼ੁਰੂ ਹੋ ਜਾਣੀ ਆ। 8 ਵਾਰ ਵੋਟਾਂ ਪੈਣੀਆਂ ਅਲੱਗ-ਅਲੱਗ ਜਗ੍ਹਾ ਤੇ, ਕਦੇ 30 ਆ, ਫਿਰ ਕਦੇ 30 ਆ, ਫਿਰ 21 ਆ, ਕਿਤੇ 37 ਆ, ਕਿਤੇ 36 ਆ, 45 ਆ, 43 ਆ। ਤੇ 2 ਮਈ ਨੂੰ ਜਿਹੜਾ ਰਿਜ਼ਲਟ ਆਉਣਾ ਉਦੋਂ ਹੀ ਪਤਾ ਲੱਗੂਗਾ ਤੇ ਦੀਦੀ ਦੇ ਦਾਦਾ ਦੀ ਜੰਗ 'ਚ ਕੀ ਹੁੰਦਾ। ਉਤਸੁਕ ਸਾਰੇ ਆ ਅਸੀਂ, ਦੇਖਦੇ ਹਾਂ ਕੀ ਬਣਦਾ। ਚਲੋ ਉਹ ਤਾਂ ਦੇਖ ਲਾਂਗੇ। ਪਰ ਇਸ ਵੇਲੇ 47ਵੇਂ ਚੀਫ ਜਸਟਿਸ ਆਫ ਇੰਡੀਆ ਦਾ ਨਾਮ ਸਾਹਮਣੇ ਆ ਰਿਹਾ ਹੈ ਜੀ। ਉਹ ਕੌਣ ਨੇ
ਬੈਕਗ੍ਰਾਉਂਡ ਕੀ ਹੈ, ਥੋੜਾ ਜਿਹਾ ਅਸੀਂ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ। 47ਵੇਂ ਚੀਫ ਜਸਟਿਸ ਐਸ ਏ ਬੋਬੜੇ ਨੇ, ਉਹ ਰਿਟਾਇਰ ਹੋਣੇ ਨੇ, ਤੇ 48ਵੇਂ ਜਸਟਿਸ ਦਾ ਨਾਮ ਸਾਹਮਣੇ ਆ ਰਿਹਾ। ਉਹਨਾਂ ਦਾ ਨਾਮ ਹੈਗਾ ਜੀ ਜਸਟਿਸ NV ਰਮੰਨਾ, ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਉਹ। ਜਦੋਂ ਅਸੀਂ ਉਹਨਾਂ ਦੇ ਨਾਮ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਜੇ ਅਸੀਂ ਸੁਪਰੀਮ ਕੋਰਟ ਦੀ ਗੱਲ ਕਰੀਏ ਤੇ ਸੁਪੀਰੀਅਰ ਕੋਰਟ ਆਫ ਜਸਟਿਸ ਕਦੇ ਇਹਨੂੰ ਕਹਿੰਦੇ ਸੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ, ਤੇ ਇਹਦਾ ਜਿਹੜਾ ਸੁਪਰੀਮ ਕੋਰਟ ਨੂੰ ਹੀ ਕਦੇ ਕਲਕੱਤੇ ਤੋਂ ਵੀ ਗਵਰਨ ਕੀਤਾ ਜਾਂਦਾ ਅੰਗਰੇਜ਼ਾਂ ਦੇ ਟਾਈਮ 'ਚ। ਤੇ ਐਲੀਜਾ ਇੰਪੀ ਇੱਕ ਅੰਗਰੇਜ਼ ਸੀ ਜਿਹੜੇ 1774 ਤੋਂ 1778 ਤੱਕ ਸੁਪਰੀਮ ਕੋਰਟ ਆਫ ਜਸਟਿਸ ਦੇ ਚੀਫ ਜਸਟਿਸ ਰਹੇ। ਜਦੋਂ ਅਸੀਂ 26 ਜਨਵਰੀ 1950 ਦੀ ਗੱਲ ਕਰੀ, ਜਦੋਂ ਭਾਰਤ ਗਣਤੰਤਰ ਬਣ ਗਿਆ, ਉਦੋਂ HJ ਕਾਨੀਆ ਜਿਹੜੇ ਚੀਫ ਜਸਟਿਸ ਬਣੇ। ਉਸ ਤੋਂ ਬਾਅਦ ਫਿਰ ਹੁਣ ਜਦੋਂ SA ਬੋਬੜੇ ਦੀ ਗੱਲ ਕਰੀਏ ਤੇ ਉਹ 47ਵੇਂ ਚੀਫ ਜਸਟਿਸ ਨੇ, ਤੇ ਰਮੰਨਾ ਸਾਹਿਬ ਆਏ ਨੇ 48ਵੇਂ ਚੀਫ ਜਸਟਿਸ। 22 ਤੱਕ ਰਹਿਣਗੇ, ਅਗਸਤ 22 ਤੱਕ, ਜਦੋਂ ਦੀ ਇਹਨਾਂ ਦੀ ਰਿਟਾਇਰਮੈਂਟ ਦਾ ਟਾਈਮ ਹੋਣਾ। 60 ਸਾਲ ਦੀ ਉਮਰ ਤੇ ਜਾ ਕੇ ਰਿਟਾਇਰ ਹੁੰਦੇ ਨੇ ਸ਼ਾਇਦ, 60 ਕਿ 65 ਸਾਲ ਤੱਕ ਸ਼ਾਇਦ। ਇਹਦੇ ਬਾਰੇ ਤਾਂ ਵਿਸਥਾਰ 'ਚ ਗੱਲ ਕਰ ਲਾਂਗੇ ਕਿਸੇ ਦਿਨ। 1957 ਦੇ ਜਨਮੇ ਹੋਏ ਨੇ ਇਹਨਾਂ ਨੇ। 23 ਅਪ੍ਰੈਲ ਨੂੰ ਬੋਬੜੇ ਸਾਹਿਬ ਦੀ ਰਿਟਾਇਰਮੈਂਟ ਤੋਂ ਬਾਅਦ 24 ਅਪ੍ਰੈਲ ਨੂੰ ਜਿਹੜਾ ਆ ਉਹ ਅਹੁਦਾ ਸੰਭਾਲਣਾ ਆ। ਤੇ ਸਾਡੇ ਇਹ ਇੱਕ ਰਵਾਇਤ ਆ ਕਿ ਜਿਹੜਾ ਰਿਟਾਇਰ ਹੋਣ ਵਾਲਾ ਚੀਫ ਜਸਟਿਸ ਆ ਉਹ ਲਗਭਗ 1 ਮਹੀਨਾ ਪਹਿਲਾਂ ਆਪਣੇ ਉੱਤਰਾਧਿਕਾਰੀ ਦੀ ਖਬਰ ਸਰਕਾਰ ਨੂੰ ਦਿੰਦਾ, ਤੇ ਆਮ ਤੌਰ ਤੇ ਉਹ ਗੱਲ ਜਿਹੜੀ ਆ ਮੰਨ ਲਈ ਜਾਂਦੀ ਆ। ਤੇ ਇਸੇ ਹੀ ਗੱਲ ਲਈ ਜਸਟਿਸ ਸਾਹਿਬ ਨੂੰ ਪਿਛਲੇ ਦਿਨੀ ਕਿਹਾ ਗਿਆ ਸੀ ਸਰਕਾਰ ਵੱਲੋਂ ਕਿ ਤੁਸੀਂ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਪੇਸ਼ਕਸ਼ ਕਰੋ, ਤੇ ਜਸਟਿਸ NV ਰਮੰਨਾ ਦੀ ਉਹਨਾਂ ਨੇ ਗੱਲ ਕੀਤੀ ਆ। ਤੇ ਜਸਟਿਸ ਰਮੰਨਾ 80s ਤੋਂ ਉਹਨਾਂ ਨੇ ਲਾਅ ਕਾਲਜ ਜੁਆਇਨ ਕੀਤਾ ਸੀ। ਉਸ ਤੋਂ ਪਹਿਲਾਂ ਉਹ ਸਟੂਡੈਂਟ ਯੂਨੀਅਨ ਨਾਲ ਵੀ ਜੁੜੇ ਰਹੇ ਜਦੋਂ ਉਹ ਸਟੂਡੈਂਟ ਸੀ, ਤੇ ਉਹ ਜਿਹੜੀ ਤੁਹਾਡੀ ਐਮਰਜੈਂਸੀ ਦੀ ਲੜਾਈ ਸੀ 75 ਦੇ ਵਿੱਚ, ਉਹਦੇ ਵਿੱਚ ਵੀ ਉਹ ਸ਼ਾਮਿਲ ਸੀ। ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਤੂੰ ਜਿਹੜੀ ਐਮਰਜੈਂਸੀ ਦੇ ਵਿੱਚ ਜਿਹੜਾ ਤੂੰ ਵਿਰੋਧ ਪ੍ਰਦਰਸ਼ਨ ਦੇ ਵਿੱਚ ਜਾ ਰਿਹਾ, ਤੇਰੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪਰ ਉਹ ਉੱਥੇ ਵੀ ਆਪਣੀ ਗੱਲ ਰੱਖਣ ਦੇ ਵਿੱਚ ਸਾਹਮਣੇ ਰਹੇ ਸੀ। ਜਦੋਂ ਅਸੀਂ ਚੀਫ ਜਸਟਿਸ ਦੀ ਗੱਲ ਕਰਦੇ ਹਾਂ ਤੇ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਵੱਡਾ ਅਹੁਦੇਦਾਰ ਮੰਨਿਆ ਜਾਂਦਾ ਉਹਨਾਂ ਨੂੰ ਭਾਰਤ ਦੇ ਵਿੱਚ। ਸਾਰੇ ਲੋਕਾਂ ਨੂੰ ਨਿਆਂ ਪ੍ਰਣਾਲੀ ਤੇ ਬਹੁਤ ਵੱਡਾ ਯਕੀਨ ਆ। ਅਸੀਂ ਆਪਣੇ ਪ੍ਰੋਗਰਾਮਾਂ 'ਚ ਵੀ ਕਈ ਵਾਰ ਗੱਲ ਕਰਦੇ ਹਾਂ, ਸਾਡੇ ਮਾਹਰ ਸ਼ੇਰਗਿੱਲ ਸਾਹਿਬ ਅਕਸਰ ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਤਾਂ ਫਿਰ ਕਹਿੰਦਾ ਚੱਲ ਮੈਂ ਤੈਨੂੰ ਕੋਰਟ 'ਚ ਦੇਖ ਲੂੰਗਾ। ਤੇ ਆਸ ਕਰਦੇ ਹਾਂ ਕਿ ਇਹ ਚੀਫ ਜਸਟਿਸ ਸਾਹਿਬ ਵੀ ਆਪਣੇ ਤੋਂ ਪਹਿਲੇ ਵੱਡੇ ਜੱਜਸ ਦੇ ਵਾਂਗ ਹੀ ਆਪਣੇ ਅਹੁਦੇ ਦੀ ਜਿਹੜੀ ਮਰਿਆਦਾ ਹੈ ਉਹਨੂੰ ਕਾਇਮ ਰੱਖਣਗੇ, ਤੇ ਕਿਸੇ ਵੀ ਤਰ੍ਹਾਂ ਦਾ ਇੰਬੈਲੈਂਸਡ ਕੋਈ ਫੈਸਲਾ ਨਹੀਂ ਦੇਣਗੇ। ਬਹੁਤ ਚੰਗੀ ਨਿਆਂ ਪ੍ਰਣਾਲੀ ਮੰਨੀ ਜਾਂਦੀ ਹੈ ਭਾਰਤ ਦੇ ਵਿੱਚ। ਉਹਦੇ 'ਚ ਕਮੀਆਂ ਵੀ ਬਹੁਤ ਨੇ। ਜੁਡੀਸ਼ੀਅਲ ਸਿਸਟਮ ਜਿਹੜਾ ਉਹਦੇ ਵਿੱਚ ਸਲੋ ਬਹੁਤ ਆ। ਜਸਟਿਸ ਜਿਹੜਾ ਆ ਉਹ ਬਹੁਤ ਜ਼ਿਆਦਾ ਡਿਲੇ ਹੁੰਦਾ, ਤੇ ਅਸੀਂ ਇਹਨਾਂ ਨੂੰ ਮਾਈ ਲਾਰਡ ਵੀ ਕਹਿੰਦੇ ਆ। ਲੋਕਾਂ ਨੂੰ ਡਾਕਟਰ ਤੇ ਜੱਜ ਦੇ ਉੱਤੇ ਬਹੁਤ ਯਕੀਨ ਰਹਿੰਦਾ, ਤੇ ਆਸ ਕਰਾਂਗੇ ਕਿ ਜਸਟਿਸ ਰਮੰਨਾ ਜਿਹੜੇ ਆ ਉਹ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੀ ਮਰਿਆਦਾ ਨੂੰ ਬਹਾਲ ਰੱਖਣਗੇ, ਤੇ ਲੋਕਾਂ ਨੂੰ ਜਿਹੜਾ ਲਟਕਿਆ ਹੋਇਆ ਨਿਆਂ ਆ ਉਹਨੂੰ ਛੇਤੀ ਦਿਵਾਉਣ ਦੇ ਵਿੱਚ ਕਾਮਯਾਬ ਹੋਣਗੇ। 34 ਜੱਜ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਪਾਸ ਕੀਤੇ ਹੋਏ, ਤੇ 30 ਜਿਹੜੇ ਨੇ ਹੈ ਨੇ ਔਨ ਸਾਹਿਬ, 4 ਪੋਸਟਾਂ ਖਾਲੀ ਨੇ। ਤੇ ਜੇ ਮੈਂ ਇੱਕ ਹੋਰ ਗੱਲ ਦੱਸਾਂ, ਫਾਤਿਮਾ ਬੀਵੀ ਇੱਕ ਪਹਿਲੇ ਜਸਟਿਸ ਬਣੇ ਜਿਹੜੇ ਲੇਡੀ ਜੱਜ ਬਣੇ ਸੀ 1997 ਤੋਂ ਲੈ ਕੇ ਉਹ 2001 ਤੱਕ 3-4 ਸਾਲ ਤੱਕ ਚੀਫ ਜਸਟਿਸ ਆਫ ਇੰਡੀਆ ਇੱਕ ਔਰਤ ਵੀ ਰਹਿ ਚੁੱਕੀ ਹੈ। ਇਹੋ ਜਿਹਾ ਹਿੰਦੁਸਤਾਨ ਦੀ ਸੁਪਰੀਮ ਕੋਰਟ ਦਾ ਇਤਿਹਾਸ ਆ। ਬਹੁਤ ਵੱਡੀ ਅਦਾਲਤ ਆ, ਬਹੁਤ ਚੰਗੇ ਫੈਸਲਿਆਂ ਲਈ ਜਾਣੀ ਜਾਂਦੀ ਆ। ਆਸ ਕਰਦੇ ਹਾਂ ਕਿ ਅਗਾਂਹ ਵੀ ਇਦਾਂ ਬਣਿਆ ਰਹੇ ਜੀ, ਤੇ ਇਹ ਆਸ ਤੇ ਜ਼ਰੂਰ ਬੂਰ ਪਏਗਾ। ਪਰ ਇਸ ਵੇਲੇ ਨਾ ਆਪਾਂ ਗੱਲ ਕਰਦੇ ਹਾਂ ਸਿਆਸਤ ਦੀ, ਸਿਆਸਤਦਾਨਾਂ ਦੀ, ਘਪਲੇਬਾਜ਼ੀ ਦੀ ਕਿਤੇ ਕਿਤੇ ਹੁੰਦੀ ਰਹਿੰਦੀ ਹੈ ਵੱਡੀ, ਭਾਵੇਂ ਛੁਪਕੇ ਜਿਹੀ ਹੋਵੇ। ਪਰ ਖੇਡ ਦੇ ਵਿੱਚ ਘਪਲਾ ਬਹੁਤ ਵੱਡੀਆਂ ਗੇਮਾਂ 'ਚ ਤਾਂ ਅਸੀਂ ਸੁਣਿਆ ਸੀ, ਪਰ ਇੱਕ ਨਵਾਂ ਹੀ ਮਾਮਲਾ ਘਪਲੇ ਦਾ ਸਾਹਮਣੇ ਆਇਆ। ਉਹ ਭਲਾ ਕਿਹੜਾ ਮਾਮਲਾ ਹੈ? ਬਿਲਕੁਲ ਜੀ, ਜਦੋਂ ਅਸੀਂ ਭਾਰਤ ਦੀ ਗੱਲ ਕਰੀਏ ਤੇ ਕੋਈ ਘਪਲਾ ਨਾ ਹੋਵੇ ਜਾਂ ਕਿਤੇ ਵੀ ਨਿਯਮਾਂ ਨੂੰ ਤੋੜਿਆ ਮਰੋੜਿਆ ਨਾ ਜਾਵੇ, ਕੁਝ ਇਹੋ ਜਿਹਾ ਨਾ ਹੋਵੇ ਜਿਹੜਾ ਆਮ ਬੰਦੇ ਦੀ ਸਮਝ ਤੋਂ ਪਰੇ ਹੋਵੇ, ਤਾਂ ਫਿਰ ਅਸੀਂ ਭਾਰਤੀ ਕਿਵੇਂ ਗੱਲ ਕਰਾਂਗੇ। ਬੀਤੇ ਦਿਨੀ ਘੋੜਸਵਾਰੀ ਦੀ ਇੱਕ ਮੁਕਾਬਲਾ ਸੀ, ਟੈਂਟ ਪੈਗਿੰਗ ਕਰਕੇ ਉਹਨੂੰ ਕਹਿੰਦੇ ਆ। ਜਦੋਂ ਘੋੜਸਵਾਰ ਦੌੜਦੇ ਨੇ ਤੇ ਉਹ ਕੁਝ ਚੱਕਦੇ ਜਾਂਦੇ ਨੇ ਸ਼ਾਇਦ ਝੰਡੇ ਦੇ ਰੂਪ ਦੇ ਵਿੱਚ, ਤੇ ਫਿਰ ਉਹਨੂੰ ਕਿਤੇ ਰੱਖਦੇ ਜਾਂਦੇ ਨੇ। ਇੱਕ ਬੜੇ ਵਿਲੱਖਣ ਤਰ੍ਹਾਂ ਦਾ ਮੁਕਾਬਲਾ ਆ। ਉਹਦਾ ਵਰਲਡ ਕੱਪ ਦਾ ਕੁਆਲੀਫਾਇਰ ਸੀ। ਭਾਰਤ, ਬੇਲਾਰੂਸ, ਅਮਰੀਕਾ, ਨੇਪਾਲ ਤੇ ਪਾਕਿਸਤਾਨ 5 ਦੇਸ਼ਾਂ ਦੀਆਂ ਟੀਮਾਂ ਉਹਦੇ 'ਚ ਹਿੱਸਾ ਲੈ ਰਹੀਆਂ ਸੀ। ਤੇ ਉਹਦੇ 'ਚ ਘਪਲਾ ਵੀ ਉਹਨੂੰ ਕਹਿ ਸਕਦੇ ਹਾਂ ਤੇ ਕਾਨੂੰਨਾਂ ਨੂੰ ਤੋੜਨਾ ਕਹਿ ਸਕਦੇ ਹਾਂ। ਉਹਦੇ 'ਚ ਹੋਇਆ ਕਿ ਨੇਪਾਲ ਦੀ ਟੀਮ ਦੇ ਵਿੱਚ 5 ਖਿਲਾੜੀ ਭਾਰਤ ਦੇ ਖੇਲ ਗਏ। ਉਹ ਜਦੋਂ ਛਾਣਬੀਣ ਸਾਹਮਣੇ ਆਈ ਤੇ ਉਸ ਟੀਮ ਨੇ ਉਸ ਟੂਰਨਾਮੈਂਟ ਦੇ ਵਿੱਚ ਇੱਕ ਮੈਡਲ ਵੀ ਜਿੱਤਿਆ। ਹਾਲਾਂਕਿ ਕੁਆਲੀਫਾਈ ਤੇ ਨੇਪਾਲ ਦੀ ਟੀਮ ਨੇ ਵਰਲਡ ਕੱਪ ਲਈ ਨਹੀਂ ਕੀਤਾ ਸੀ, ਪਰ ਉਹਨਾਂ ਨੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ। ਤੇ ਭਾਰਤੀ ਸੰਘ ਦੇ ਜਦੋਂ ਅਧਿਕਾਰੀਆਂ ਤੋਂ ਪੁੱਛਿਆ ਗਿਆ ਤੇ ਉਹਨਾਂ ਨੇ ਇਹਦੇ ਲਈ ਆਪਣੀ ਹੈਰਾਨੀ ਪ੍ਰਗਟ ਕੀਤੀ ਆ ਵੀ ਇਹ ਕਿੱਦਾਂ ਹੋ ਗਿਆ, ਸਾਨੂੰ ਨਹੀਂ ਪਤਾ। ਕਿਉਂਕਿ ਬਾਅਦ ਵਿੱਚ ਅਸੀਂ ਅਕਸਰ ਇਹੀ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਇਹ ਕਿੱਦਾਂ ਹੋ ਗਿਆ, ਜਾਂਚ ਕਰਾਂਗੇ ਤਾਂ ਦੇਖਾਂਗੇ। ਤੇ ਉਹਦੇ ਲਈ ਜਿਹੜਾ ਇੰਟਰਨੈਸ਼ਨਲ ਸੰਘ ਆ ਉਹਨੇ ਵੀ ਉਹਦੇ 'ਚ ਕਿਹਾ ਕਿ ਇਹ ਬਹੁਤ ਗਲਤ ਘਟਨਾ ਆ, ਇੱਦਾਂ ਜਿਹੜਾ ਉਹ
ਨਹੀਂ ਹੋਣਾ ਚਾਹੀਦਾ ਸੀ। ਜੀ। ਪਰਮਿੰਦਰ ਜੀ, ਇਹ ਤਾਂ ਇੱਕ ਘੋੜਸਵਾਰੀ ਦੀ ਇਵੈਂਟ ਸੀਗੀ, ਇੰਟਰਨੈਸ਼ਨਲ ਲੈਵਲ ਦੀ, ਕੁਝ ਟੀਮਾਂ ਨੇ ਕੁਆਲੀਫਾਈ ਕਰਨਾ ਸੀ, ਪਰ ਘਪਲੇ ਅਸੀਂ ਪਹਿਲਾਂ ਵੀ ਬਹੁਤ ਵਾਰ ਦੇਖਿਆ। ਤੁਹਾਨੂੰ ਯਾਦ ਹੋਣਾ ਪਿੱਛੇ ਜਿਹੇ ਇੱਕ ਹੋਰ ਤਰ੍ਹਾਂ ਦੀ ਕ੍ਰਿਕਟ ਟੂਰਨਾਮੈਂਟ ਦੀ ਵੀ ਗੱਲ ਸਾਹਮਣੇ ਆਈ ਸੀ। ਹਾਂ, ਥੋੜਾ ਯਾਦ ਹੈ ਵੀ ਕਿਤੇ ਮੈਚ ਹੋਏ ਸੀ ਤੇ ਉਹ ਬਿਲਕੁਲ ਮੋਹਾਲੀ ਦੇ ਲਾਗੇ ਕਿਤੇ ਉਹਨਾਂ ਨੇ ਇੱਕ ਗਰਾਊਂਡ ਹਾਇਰ ਕਰਕੇ ਬੰਬੇ ਤੋਂ ਉਹਦੀਆਂ ਰਿਕਾਰਡਿੰਗ ਲਈ ਵੀ ਵੱਡੀਆਂ ਕਰੇਨਾਂ ਜਾਂ ਕੈਮਰਾਮੈਨ ਤੇ ਸਾਰਾ ਕੁਝ ਪ੍ਰਬੰਧ ਕਰ ਲਿਆ ਤੇ ਉਹਨੂੰ IPL ਦੇ ਕਿਸੇ ਮੈਚ ਨੂੰ ਜਾਂ ਕਿਸੇ ਵੱਡੇ ਇਵੈਂਟ ਨੂੰ ਦੱਸ ਕੇ ਉਹਦੇ 'ਚ ਸੱਟੇਬਾਜ਼ੀ ਦਾ ਵੱਡਾ ਖੇਲ ਹੋਇਆ ਸੀ। ਜਦ ਕਿ ਜਦੋਂ ਉਹਨੂੰ ਫਿਰ ਬਾਅਦ ਵਿੱਚ ਉਹਦੀ ਗੱਲਬਾਤ ਸਾਹਮਣੇ ਆਈ ਤੇ BCCI ਨੇ ਉਹ ਤੋਂ ਪੱਲਾ ਝਾੜ ਲਿਆ ਸੀ ਕਿ ਸਾਨੂੰ ਤੇ ਪਤਾ ਨਹੀਂ। ਉਹਨਾਂ ਦਾ ਇੱਕ ਮੈਂਬਰ ਵਿੱਚ ਸ਼ਾਮਿਲ ਸੀ ਕਹਿੰਦੇ, ਤਾਂ ਕਰਕੇ ਚੁੱਪੀ ਮਤਲਬ ਸਾਰੇ ਪਾਸੇ ਹੋ ਗਈ। ਬਿਲਕੁਲ, ਪੱਲਾ ਤੇ ਉਹਨਾਂ ਨੇ ਝਾੜ ਲਿਆ ਸੀ ਕਿ ਸਾਨੂੰ ਨਹੀਂ ਪਤਾ ਜੀ ਇਹ ਕਿਉਂ ਹੋਇਆ ਤੇ ਕਿਵੇਂ ਹੋ ਗਿਆ। ਤੇ ਜਦੋਂ ਉਹਦੇ ਵਿੱਚ ਸਾਹਮਣੇ ਆਈ ਸੀ ਗੱਲ, ਤੇ ਫਿਰ ਇਹ ਵੀ ਸਾਹਮਣੇ ਆਇਆ ਸੀਗਾ ਕਿ ਉਹ ਜਿਹੜੇ ਪਲੇਅਰ ਸੀ ਉਹ ਕੋਈ ਰਿਨਾਊਂਡ ਪਲੇਅਰ ਨਹੀਂ ਸੀਗੇ, ਸਿਰਫ ਉਹ ਕੋਈ ਕਿਸੇ ਸ਼ਹਿਰ ਦੇ ਜਾਂ ਕਿਸੇ ਪਿੰਡਾਂ ਦੇ ਖੇਲਣ ਵਾਲੇ ਮੁੰਡੇ ਸੀ। ਡਰੈਸਿਸ ਉਹਨਾਂ ਨੂੰ ਪਾਤੀਆਂ, ਇੱਕ ਸਟੇਡੀਅਮ ਹਾਇਰ ਕਰ ਲਿਆ ਤੇ ਉੱਥੇ ਉਹਦੀ ਰਿਕਾਰਡਿੰਗ ਕਰ ਲਈ ਤੇ ਕਿਸੇ ਵੈਬ ਚੈਨਲ ਦੇ ਉੱਤੇ ਜਾਂ ਕੁਝ ਪਾਰਟਿਕੂਲਰ ਕੁਝ ਚੈਨਲ ਦੇ ਉੱਤੇ ਚਲਾਤਾ ਗਿਆ ਤੇ ਉਹਦੇ ਲਈ ਸੱਟੇਬਾਜ਼ੀ ਦਾ ਵੱਡਾ ਖੇਲ ਹੋਇਆ। ਇੱਥੇ ਗੱਲ ਇਹ ਆ ਕਿ ਚਾਹੇ ਖੇਲ ਹੋਵੇ, ਚਾਹੇ ਸਿਆਸਤ ਹੋਵੇ, ਚਾਹੇ ਬਿਜ਼ਨਸ ਹੋਵੇ, ਚਾਹੇ ਭਾਰਤ ਬੰਦ ਹੋਵੇ, ਚਾਹੇ ਕਾਰਪੋਰੇਟ ਦਾ ਫਾਇਦਾ ਹੋਵੇ, ਗੱਲ ਤੇ ਇਹ ਆ ਕਿ ਕਿਸੇ ਨਾ ਕਿਸੇ ਦਾ ਉੱਲੂ ਸਿੱਧਾ ਹੋਣਾ ਚਾਹੀਦਾ। ਪੈਸੇ ਕਿੱਧਰੋਂ ਮਿਲਦੇ ਆ? ਹੋ ਸਕਦਾ ਇਹਨਾਂ ਪਲੇਅਰਾਂ ਨੇ ਜਿਹੜੇ ਘੋੜਸਵਾਰੀ ਦੇ ਟੂਰਨਾਮੈਂਟ 'ਚ ਨੇਪਾਲ ਜਾ ਕੇ ਖੇਲੇ ਨੇ, ਉਹਨਾਂ ਦਾ ਕੋਈ ਉਹਦੇ 'ਚ ਹੋਰ ਮਨੋਰਥ ਹੋਵੇ, ਕਿਤੋਂ ਉਹਨਾਂ ਨੇ ਕੁਝ ਜਾਂ ਤਾਂ ਪੈਸੇ ਦਾ ਲੈਣ ਦੇਣ ਹੋਵੇਗਾ ਜਾਂ ਉਹਦੇ 'ਚ ਉਹਨਾਂ ਦਾ ਕੋਈ ਉਸੇ ਟੀਮ ਤੋਂ ਖੇਲਣ ਕੇ ਮੁੜ ਕੇ ਉਹਦਾ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਜਾਣ ਦੀ ਗੱਲ ਹੋਵੇਗੀ। ਸੋ ਘਪਲਿਆਂ ਦੇ ਜਿਹੜੇ ਰੂਪ ਨੇ ਉਹ ਬਹੁਤ ਤਰ੍ਹਾਂ ਦੇ ਨੇ, ਸਾਹਮਣੇ ਆਉਂਦੇ ਨੇ। ਬਹੁਤ ਵਾਰ ਪਿੰਡਾਂ 'ਚ ਅਸੀਂ ਦੇਖਦੇ ਹਾਂ ਕਿ ਨੌਸਰਬਾਜ਼ ਆਉਂਦੇ ਆ, ਤੁਹਾਡੇ ਰੁਪਈਏ ਦੁੱਗਣੇ ਕਰਨ ਦਾ ਦੇ ਕੇ ਵਾਅਦਾ ਤੁਹਾਡੇ ਵੀ ਲੈ ਜਾਂਦੇ ਨੇ। ਹਾਂ, ਨਹੀਂ ਗਹਿਣੇ ਵੀ ਕਹਿੰਦੇ ਵੀ ਤੁਹਾਡੇ ਮਤਲਬ ਸਾਫ਼ ਕਰ ਦਿੰਦੇ ਆ। ਬਿਲਕੁਲ ਸਫਾਈ ਕਰ ਜਾਂਦੇ ਨੇ ਜੀ। ਉਹ ਜਿੱਦਾਂ ਉਹ ਪਿਛਲੀ ਸਰਕਾਰ ਦਾ ਇੱਕ ਵਾਅਦਾ ਸੀਗਾ, ਰਾਜ ਨਹੀਂ ਸੇਵਾ, ਇਦਾਂ ਹੀ ਉਹ ਸਫਾਈ ਜਿਹੜੀ ਆ ਉਹ ਸਾਫ਼ ਨਹੀਂ ਕਰਦੇ, ਉਹ ਸਾਫ਼ ਹੀ ਕਰ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦੇਖਣ ਨੂੰ ਆਉਂਦੀਆਂ ਜੀ। ਤੇ ਤੁਸੀਂ ਸੱਟੇਬਾਜ਼ੀ ਦੀ ਗੱਲ ਕਰ ਰਹੇ ਸੀ ਨਾ, ਸੱਟੇਬਾਜ਼ੀ ਵੱਡੇ ਪੱਧਰ ਤੇ ਹੁੰਦੀ ਹੈ ਜੀ, ਛੋਟੇ ਪੱਧਰ ਤੇ ਲੋਕ ਤਾਂ ਐਵੇਂ ਹੀ ਠੱਗੇ ਜਾਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਲਾਲਚ ਇਹੀ ਹੁੰਦਾ ਹੈ ਕਿ 10 ਲਾਓਗੇ ਤੇ 100 ਮਿਲ ਜਾਣਗੇ, ਤੇ ਛੋਟੇ ਪੱਧਰ ਤੇ ਜਿਹਦੀ ਜੇਬ 'ਚ ਹੀ 10 ਹੈ ਉਹ ਕਹਿੰਦਾ ਚਲੋ ਕੋਈ ਨਹੀਂ ਲਾ ਲੈਂਦੇ ਆ ਤੇ ਕੋਈ ਫਾਇਦਾ ਤਾਂ ਹੋ ਹੀ ਜਾਊਗਾ। ਤੇ ਬਾਅਦ 'ਚ ਜੇ ਫਾਇਦਾ ਹੋ ਵੀ ਜਾਵੇ ਨਾ ਤਾਂ ਉਹਨਾਂ ਨੂੰ ਪੈਸੇ ਹੀ ਨਹੀਂ ਮਿਲਦੇ, ਵਿਚਾਰੇ ਠੱਗੇ ਜਾਂਦੇ ਨੇ ਸਿੱਧੇ ਤੌਰ ਤੇ ਕਾਨੂੰਨੀ ਰੂਪ ਹੋ ਜਾਏ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਠੱਗ ਨੇ ਉਹਨਾਂ ਦੀ ਠੱਗੀ ਨੂੰ ਥੋੜਾ ਜਿਹਾ ਵਿਰਾਮ ਲੱਗ ਸਕਦਾ। ਦੋ ਗੱਲਾਂ ਨੇ ਜਿਹਦੇ 'ਚ, ਇੱਕ ਤੇ ਬੜੀ ਕਹਾਣੀ ਕਲੀਅਰ ਆ ਕਿ ਜੂਆ ਕਿਸੇ ਕਾ ਨਾ ਹੁਆ। ਜੂਏ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿੱਤਦਾ ਉਹੀ ਆ ਜਿਹੜਾ ਖਿਲਾਰ ਆ, ਖਿਡਾਰੀ ਹਮੇਸ਼ਾ ਹਾਰਦੇ ਨੇ, ਕਿਉਂਕਿ ਜਿਹੜਾ ਖੇਡਣ ਵਾਲਾ ਉਹਨੇ ਤੁਹਾਡੇ ਤੋਂ ਕੁਝ ਅਮਾਊਂਟ ਉਹਦੇ 'ਚ ਸਰਟਨ ਫਿਕਸ ਕੀਤੀ ਆ, ਉਹਨੇ ਉਹ ਲੈ ਲੈਣੇ ਪੈਸੇ, ਕਦੀ ਇੱਕ ਹਾਰ ਜਾਏ ਕਦੀ ਦੂਜਾ ਹਾਰ ਜਾਏ, ਤੇ ਪਰ ਜਿੱਤਣਾ ਉਹਨੇ ਆ ਜਿਹੜਾ ਖਿਲਾਰ ਆ। ਤੇ ਇੱਕ ਗੱਲ ਹੋਰ, ਸਾਡੇ ਮਿਥਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਅਸੀਂ ਉਹਨੂੰ ਧਾਰਮਿਕ ਇਤਿਹਾਸ ਕਹਿ ਲਈਏ ਜਾਂ ਮਿਥਿਹਾਸ ਕਹਿ ਲਈਏ, ਮਹਾਭਾਰਤ ਇਸ ਗੱਲ ਦੀ ਗਵਾਹੀ ਦਿੰਦਾ ਕਿ ਜੂਆ ਜਿਹੜਾ ਆ ਉਸ ਲੜਾਈ ਦਾ ਮੁੱਢ ਸੀ। ਕੁਝ ਲੋਕ ਇਹਨੂੰ ਸੱਚ ਮੰਨਦੇ ਨੇ ਕਿ ਇਹ ਮਿਥਿਹਾਸ ਆ, ਕੁਝ ਕਹਿੰਦੇ ਨੇ ਕਿ ਨਹੀਂ ਇਹ ਇਤਿਹਾਸ ਆ, ਅਸੀਂ ਕਹਿੰਦੇ ਆ ਕਿ ਸਾਡਾ ਉਹ ਪੁਰਾਣਾ ਵੀਲਾ ਆ ਤੇ ਇਹ ਚੀਜ਼ਾਂ ਹੋਈਆਂ ਨੇ। ਚਾਹੇ ਜੋ ਵੀ ਹੋਵੇ, ਮੈਂ ਉਹਨੂੰ ਮੰਨਦਾ ਆ, ਤੁਸੀਂ ਉਹਨੂੰ ਨਹੀਂ ਮੰਨਦੇ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਉਸ ਕਹਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਪਰਦੇ ਤੇ ਦੇਖਦੇ ਹਾਂ, ਤੇ ਇਹ ਗੱਲ ਸਾਹਮਣੇ ਆਉਂਦੀ ਆ ਕਿ ਜਿਹੜਾ ਜੂਆ ਆ, ਜਿਹੜੀ ਠੱਗੀ ਆ, ਜਿਹੜਾ ਘਪਲਾ ਆ, ਉਹ ਮਾੜੀ ਗੱਲ ਹੀ ਹੈ ਤੇ ਉਹਦਾ ਅੰਤ ਨੂੰ ਨੁਕਸਾਨ ਹੀ ਹੋਣਾ ਜੀ। ਤੇ ਇਸ ਵੇਲੇ ਸ਼ਰਮਾ ਜੀ, ਸਾਡਾ ਨੁਕਸਾਨ ਤਾਂ ਫਾਇਦਾ ਇਹ ਤਾਂ ਨਹੀਂ, ਪਰ ਸਮੇਂ ਦਾ ਫਾਇਦਾ ਜ਼ਰੂਰ ਲੈ ਲੈਣਾ ਚਾਹੀਦਾ ਹੈ, ਕਿਉਂਕਿ ਸਮੇਂ ਦਾ ਇਸ਼ਾਰਾ ਹੈ, ਪ੍ਰੋਗਰਾਮ ਸਮੇਟਣ ਦਾ ਵੇਲਾ ਹੈ। ਤੁਸੀਂ ਸਟੂਡੀਓ 'ਚ ਆਏ, ਵਿਸਥਾਰ ਨਾਲ ਹਰ ਮੁੱਦੇ ਤੇ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਅੰਕ ਨਾਲ ਜੁੜਨ ਲਈ।